ਚਰਚਾ ਪ੍ਰੋਗਰਾਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਕੁਵਿੰਦਰ ਸਿੰਘ ਗਿੱਲ, ਤੁਹਾਡਾ ਹੋਸਟ ਕੈਲੀਫੋਰਨੀਆ, ਅਮਰੀਕਾ ਤੋਂ ਬੋਲ ਰਿਹਾ। ਜਿਵੇਂ ਤੁਸੀਂ ਜਾਣਦੇ ਹੋ ਕਿ ਚਰਚਾ ਪ੍ਰੋਗਰਾਮ ਅਸੀਂ ਨਿਤ ਸ਼ਾਮ ਨੂੰ 7:30 ਤੋਂ 8:30 ਪੈਸੀਫਿਕ ਸਟੈਂਡਰਡ ਟਾਈਮ ਮੁਤਾਬਕ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਆ। ਉਦੋਂ ਇੰਡੀਆ ਦੇ ਵਿੱਚ ਸਵੇਰ ਦੇ 9 ਵਜੇ ਹੁੰਦੇ ਆ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇਹ ਸਾਡੀ 87ਵੀਂ ਕਿਸ਼ਤ ਹੈ ਤੇ ਐਵਰੀ ਡੇ ਅਸੀਂ ਆਉਂਦੇ ਹਾਂ। ਸਾਡੇ ਇਸ ਪ੍ਰੋਗਰਾਮ ਦਾ ਵਿੱਚ ਬਹੁਤ ਸਾਰੀਆਂ ਵਿਲੱਖਣੀਆਂ ਸ਼ਖਸੀਅਤਾਂ ਸ਼ਾਮਲ ਹੁੰਦੀਆਂ ਹਨ ਤੇ ਆਪਣੇ ਵਿਚਾਰਾਂ ਰਾਹੀਂ ਸਾਨੂੰ ਕਿਸਾਨ ਅੰਦੋਲਨ ਨੂੰ ਜਾਣੂ ਕਰਾਉਂਦੀਆਂ ਹਨ। ਸਾਡੇ ਅੱਜ ਦੇ ਮਹਿਮਾਨ ਹਨ ਡਾਕਟਰ ਹਰਬੰਸ ਸਿੰਘ ਸਰਾਓ। ਡਾਕਟਰ ਹਰਬੰਸ ਸਿੰਘ ਸਰਾਓ ਅਮਰੀਕਾ ਦੀ ਇੱਕ ਉੱਘੀ ਸ਼ਖਸੀਅਤ ਹਨ। ਇਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ ਲੁਧਿਆਣਾ ਤੋਂ ਪੜ੍ਹੇ ਹਨ ਤੇ ਇਹਨਾਂ ਨੇ ਇੰਗਲੈਂਡ ਤੋਂ ਵੀ ਪੜ੍ਹਾਈ ਕੀਤੀ ਹੈ ਤੇ ਇੱਥੇ ਅਮਰੀਕਾ ਦੇ ਵਿੱਚ PhD ਇਹਨਾਂ ਨੇ ਸਾਊਥ ਡਕੋਟਾ ਸਟੇਟ ਯੂਨੀਵਰਸਿਟੀ ਤੋਂ ਕੀਤੀ ਹੈ। ਇਹ UCLA UC ਇਰਵਾਈਨ 'ਚ ਇਹਨਾਂ ਨੇ ਪੜ੍ਹਾਇਆ ਵੀ ਹੈ। ਇਹ TV ਤੇ ਰੇਡੀਓ ਹੋਸਟ ਵੀ ਨੇ ਤੇ ਇਹਨਾਂ ਦੀ ਬੈਕਗਰਾਊਂਡ ਹੈ ਜਿਹੜੀ ਉਹ PAU ਹੋਣ ਕਰਕੇ ਮੇਰੀ ਵੀ ਬੈਕਗਰਾਊਂਡ PAU ਤੋਂ ਹੈ ਤੇ ਅਸੀਂ PAU ਤੋਂ ਤੁਹਾਨੂੰ ਪਹਿਲਾਂ ਵੀ ਕਾਫੀ ਸ਼ਖਸੀਅਤਾਂ ਜਿਹੜੀਆਂ ਉਹ ਲਿਆ ਚੁੱਕੇ ਆ, ਮਿਲਾ ਚੁੱਕੇ, ਤੁਹਾਡੇ ਆਮੋ ਸਾਹਮਣੇ ਕਰ ਚੁੱਕੇ ਹੈਗੇ ਆ ਤੇ ਇਸੇ ਲੜੀ ਦੇ ਵਿੱਚ ਅਸੀਂ ਸਵਾਗਤ ਕਰਦੇ ਹਾਂ ਅੱਜ ਦੇ ਸਾਡੇ ਗੈਸਟ ਡਾਕਟਰ ਹਰਬੰਸ ਸਿੰਘ ਸਰਾਓ ਦਾ। ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਡਾਕਟਰ ਗਿੱਲ, ਥੈਂਕ ਯੂ ਫॉर ਇਨਵਾਈਟਿੰਗ ਮੀ। ਤੇ ਡਾਕਟਰ ਸਾਹਿਬ, ਤੁਸੀਂ PAU ਵਿੱਚ ਉਹਨਾਂ ਸਮਿਆਂ ਵਿੱਚ ਪੜ੍ਹਦੇ ਸੀ ਜਦੋਂ ਗ੍ਰੀਨ ਰੈਵੋਲੂਸ਼ਨ ਆਇਆ। ਤੁਹਾਡਾ ਗ੍ਰੀਨ ਰੈਵੋਲੂਸ਼ਨ ਨਾਲ ਕੀ ਰਿਸ਼ਤਾ ਰਿਹਾ? ਦੇਖੋ ਜੀ, 1960 ਦੇ ਵਿੱਚ ਬਿਹਾਰ ਦੇ ਵਿੱਚ ਕਾਲ ਪੈ ਗਿਆ ਸੀਗਾ, ਸ਼ੁਰੂ ਹੋ ਗਿਆ ਸੀ। ਬਿਹਾਰ ਦੇ ਵਿੱਚ ਕਾਲ ਪੈ ਗਿਆ ਸੀ, ਫੈਮਨ। ਉਸ ਵਕਤ ਡਾਕਟਰ ਨਾਰਮਨ ਬੋਰਲੌਗ ਸਾਡੇ ਲੀਡਰ ਸੀਗੇ ਜਿਨ੍ਹਾਂ ਨੇ ਨੋਬਲ ਪ੍ਰਾਈਜ਼ ਵਿਨ ਕੀਤਾ, ਪੀਸ ਪ੍ਰਾਈਜ਼, ਤੇ ਡਾਕਟਰ ਦਿਲਬਾਗ ਸਿੰਘ ਅਟਵਾਲ ਉਹ ਮੇਰੇ ਪ੍ਰੋਫੈਸਰ ਸੀ। ਅਸੀਂ ਉੱਥੇ ਡਿਸਾਈਡ ਕੀਤਾ ਕਿ ਦੇਰ ਇਜ਼ ਅ ਪੋਟੈਂਸ਼ੀਅਲ ਕਿ ਵੀਟ ਯੀਲਡ ਆ ਜਿਹੜੀ ਇਨਕਰੀਜ਼ ਹੋ ਸਕਦੀ ਹੈ ਜੈਨੇਟਿਕਲੀ, ਆਲਸੋ ਐਗਰੋਨੋਮਿਕਲੀ। ਸੋ ਡਾਕਟਰ ਬੋਰਲੌਗ ਨੇ ਸਾਨੂੰ ਕੋਈ ਜਰਮ ਪਲਾਜ਼ਮ ਪ੍ਰੋਵਾਈਡ ਕੀਤਾ। ਅਸੀਂ ਉਹਨੂੰ ਕ੍ਰਾਸ ਬਰੀਡ ਕੀਤਾ ਆਪਣੇ ਪੰਜਾਬ ਦੀ ਵੈਰਾਈਟੀ C273 ਉਦੋਂ ਹੁੰਦੀ ਸੀ। ਉਹਦੀ ਯੀਲਡ ਕੋਈ 4 ਜਾਂ 5 ਕੁਇੰਟਲ ਹੁੰਦੀ ਸੀ ਪਰ ਏਕੜ। ਅੱਛਾ। ਤੇ ਫਿਰ ਜਦੋਂ ਅਸੀਂ ਸਾਰਾ ਇਹ ਪ੍ਰੋਗਰਾਮ ਬਣਾ ਕੇ ਕ੍ਰਾਸ ਬਰੀਡਿੰਗ ਕਰਕੇ ਸਿਲੈਕਸ਼ਨ ਕਰਕੇ ਜਿਹੜੀ ਨਵੀਂ ਵੈਰਾਈਟੀ ਕੱਢੀ ਉਹਦਾ ਨਾਮ ਸੀ ਪਹਿਲਾਂ PV18 ਸੀ। ਉਸ ਤੋਂ ਬਾਅਦ ਉਹਦਾ ਨਾਮ ਰੱਖਿਆ ਕਲਿਆਣ ਸੋਨਾ। ਸਾਡੇ ਪ੍ਰੋਫੈਸਰ ਦਾ ਨਾਮ ਡਾਕਟਰ ਰਵਾਲ ਦਾ, ਕਲਿਆਣ ਪਿੰਡ ਸੀ ਉਹਦਾ, ਉਹਦੇ ਨਾਮ ਤੇ ਕੀਤਾ। ਉਸ ਤੋਂ ਬਾਅਦ ਵਿਦਨ ਅਬਾਊਟ 3-4 years ਜਦੋਂ ਇਨਫ ਸੀਡ ਹੋ ਗਿਆ, ਟੈਸਟਿੰਗ ਸ਼ੁਰੂ ਕੀਤੀ। ਐਵਰੇਜ ਪ੍ਰੋਡਕਸ਼ਨ ਵਾਜ਼ 22 ਕੁਇੰਟਲ ਪਰ ਏਕੜ। ਹਾਂਜੀ। That means 4 to 5 times, 400 to 500%. That was the initiation of Green Revolution, and I feel good that I was a part of that. From famine, it became a feast. At this moment, we are exporting wheat to some countries. Now, people have forgotten that. They don't know how it started. So from that on, I continued teaching. Then I moved to London, England. I had a position with the University of London and also with the Department of Food and Fisheries in London. So मैं आपका जो genetics skills सीखियाँ, वो मैं continue रखियाँ। मैं सीड आपके नाम भी लाया सीखा, थैले भी है गया। ते इत्थे आके फिर मैंने fellowship मिल गया to the PhD. So PhD ਨਾਲ ਮੇਰਾ ਲਿੰਕ ਹਮੇਸ਼ਾ ਤੋਂ ਰਿਹਾ। ਮੈਂ 2 ਸਾਲ ਪਹਿਲਾਂ ਗਿਆ ਸੀਗਾ PhD ਦੇ ਵਿੱਚ, ਮੇਰੇ 4 ਸੈਮੀਨਾਰ ਵੀ ਸੀਗੇ
ਤੇ ਉੱਥੇ ਮੈਂ ਆਪਣੇ ਪੁਰਾਣੇ ਸਟੂਡੈਂਟਸ ਨੂੰ ਮਿਲਿਆ ਤੇ ਬੜੀ ਖੁਸ਼ੀ ਹੋਈ ਤੇ ਸਾਂਝੀ ਕੀਤੀ ਸਾਡਾ ਪੁਰਾਣੇ ਜਿਹੜੇ ਪ੍ਰੋਜੈਕਟ ਸੀਗੇ ਉਹ ਵਾਲੇ ਵੀ ਚੱਲ ਰਹੇ ਨੇ ਕੁਝ। ਸੋ ਇਸ ਤਰ੍ਹਾਂ ਮੇਰਾ ਸ਼ੁਰੂਆਤ ਹੋਈ PAU ਤੋਂ, ਹਾਲੇ ਵੀ ਮੇਰਾ ਲਿੰਕ ਹੈਗਾ। ਪਰ ਆਈ ਐਮ ਰੀਲੀ ਪ੍ਰਾਊਡ ਆਫ ਦ ਫੈਕਟ ਕਿ ਉਸ ਇੰਸਟੀਟਿਊਸ਼ਨ ਨੇ ਇੱਕ ਫੈਮ ਤੋਂ ਇੱਕ ਸਰਪਲਸ ਦੇ ਤੌਰ ਤੇ ਲਾਇਆ ਮੁਲਕ ਨੂੰ, ਤੇ ਉਹ ਅਸੀਂ ਉਹ ਕੰਟਰੀਬਿਊਸ਼ਨ ਸੀਗੀ। ਤੇ ਮੈਂ ਸਾਰਿਆਂ ਧੰਨਵਾਦੀ ਵੀ ਕਰਨਾ ਚਾਹੁੰਦਾ ਕਿ ਤੁਹਾਨੂੰ ਇਹ ਦਰਦ ਹੈ ਅੱਜ ਜੋ ਕਿਸਾਨ ਅੰਦੋਲਨ ਚੱਲ ਰਿਹਾ, ਤੁਸੀਂ ਜੋ ਕਰ ਰਹੇ ਹੋ, that's what we need. We should continue that. ਤੇ ਜੋ ਵੀ ਤੁਹਾਡੇ ਕੁਐਸਚਨ ਹੋਣਗੇ ਮੈਂ ਅਕੋਰਡਿੰਗਲੀ ਆਈ ਵਿਲ ਟਰਾਈ ਟੂ ਆਨਸਰ। ਮੈਂ ਡਾਕਟਰ ਸਾਹਿਬ ਸਾਨੂੰ ਪਹਿਲਾਂ ਤਾਂ ਇਹ ਪੁੱਛਣਾ ਚਾਹੁੰਦਾ ਕਿ ਤੁਹਾਡੇ ਜਿਹੜੇ ਮੋਸਟਲੀ ਕਿਸਾਨ ਤੇ ਕਿਸਾਨੀ ਦੇ ਹਾਲਾਤ ਬਾਰੇ ਤੁਸੀਂ ਹਮੇਸ਼ਾ ਜ਼ਿਕਰ ਕਰਦੇ ਆ ਆਪਦੇ ਲੈਕਚਰਾਂ ਦੇ ਵਿੱਚ, ਤੁਸੀਂ ਉਹਦੇ ਬਾਰੇ ਇੰਡੀਆ ਦੇ ਵਿੱਚ ਵੀ ਗਏ, ਉੱਥੇ ਵੀ ਤੁਸੀਂ ਕਿਸਾਨ ਮੇਲੇ ਦੇ ਉੱਤੇ ਵੀ ਤੁਸੀਂ ਇਸ ਚੀਜ਼ ਨੂੰ ਪ੍ਰੈਜ਼ੈਂਟ ਕੀਤਾ ਉੱਥੇ, ਤੇ ਤੁਹਾਡੇ ਆਰਟੀਕਲ ਵੀ ਉਸ ਚੀਜ਼ ਦੇ ਉੱਤੇ ਆਉਂਦੇ ਆ। ਮੈਂ ਇਹ ਜਾਣਨਾ ਚਾਹੁੰਦਾ ਹੈ ਕਿ ਇਹ ਕਿਸਾਨ ਤੇ ਕਿਸਾਨੀ ਦਾ ਜਿਹੜਾ ਕੀ ਇਹ ਕਿੱਤਾ ਜਿਹੜਾ ਹੈਗਾ ਇਹ ਫਾਇਦੇਮੰਦ ਹੈ ਜਾਂ ਘਾਟੇ ਵਾਲਾ ਸੌਦਾ ਹੈ? ਤੁਸੀਂ ਇਹਨੂੰ ਬਹੁਤ ਹੀ ਚੰਗੀ ਤਰ੍ਹਾਂ ਐਕਸਪਲੇਨ ਕੀਤਾ, ਪਰ ਮੈਂ ਦੁਬਾਰਾ ਉਹਨੂੰ ਸਮਝਣਾ ਚਾਹੁੰਦਾ ਕਿ ਤੁਸੀਂ ਸਮਝਦੇ ਕਿ ਮੈਂ ਜਾ ਕੇ ਇੱਕ ਕਿਸਾਨੀ ਦਾ ਕੰਮ ਜਿਹੜਾ ਸ਼ੁਰੂ ਕਰਦੇ ਹਾਂ ਇਹਦੇ 'ਚ ਮੈਨੂੰ ਫਾਇਦਾ ਹੋਊਗਾ ਜਾਂ ਇਹ ਘਾਟੇ ਵਾਲਾ ਸੌਦਾ ਹੈ? ਦੇਖੋ ਜੀ, ਮੈਂ ਐਨਾਲਿਸਿਸ ਕੀਤਾ ਸੀਗਾ, ਇੱਕ ਮੈਂ ਪੈਂਫਲੇਟ ਵੰਡਿਆ ਸੀ ਉੱਥੇ ਕਿਸਾਨ ਮੇਲੇ ਤੇ, ਉਹਦਾ ਨਾਮ ਸੀ ਵਹੀ ਖਾਤਾ। ਅਸੀਂ ਵਹੀ ਖਾਤੇ ਦੇ ਵਿੱਚ ਸਾਰੀਆਂ ਕਾਸਟ ਜਿਹੜੀਆਂ ਸੀਗੀਆਂ ਉਹ ਇੱਕ ਪਾਸੇ ਲਾਈਆਂ ਤੇ ਦੂਜੇ ਪਾਸੇ ਇਨਕਮ। ਤੇ ਇਹ ਸ਼ਾਇਦ ਪੋਰਟਰੇਟ ਨਾ ਹੋਵੇ ਚੰਗੀ ਤਰ੍ਹਾਂ, ਆਲ ਟਰਾਈ। ਸੈਲ ਫੋਨ ਇੱਧਰ ਉੱਧਰ ਜਾ ਰਿਹਾ, ਪੜ੍ਹ ਹੁੰਦਾ ਕਿ ਨਹੀਂ? ਨਹੀਂ, ਚਲੋ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ। ਇਹਦੇ ਵਿੱਚ ਪਹਿਲਾਂ ਆਪਾਂ ਗੱਲ ਕਰਦੇ ਹਾਂ ਪੈਡੀ ਦੀ, ਰਾਈਸ ਦੀ। ਮੈਂ ਕੈਟੇਗਰੀਕਲੀ ਦੱਸ ਰਿਹਾ ਵੀ ਕਿੰਨੀਆਂ ਕਾਸਟ ਹੁੰਦੀਆਂ ਨੇ। ਇਹ ਜਿਹੜੀਆਂ ਫਿਗਰਸ ਆਈਆਂ ਨੇ, ਇੱਕ ਪ੍ਰੋਗਰੈਸਿਵ ਫਾਰਮਰ ਹੈ ਕੋਟਕਪੂਰਾ, ਸਰਦਾਰ ਗੁਰਮੇਲ ਸਿੰਘ, ਉਹਨਾਂ ਦੇ ਫਿਗਰਸ ਨੇ, ਉਹ ਸੁਣ ਵੀ ਰਹੇ ਹੋਣਗੇ। ਜਿਹੜੇ ਸੀਡ ਤੇ ਨਰਸਰੀ ਆ ਉਹਦੀ ਕਾਸਟ 550, ਸੋਇਲ ਪੜਲਿੰਗ ਦੀ 950, ਟ੍ਰਾਂਸਪਲਾਂਟਿੰਗ 2500, ਹੁਣ ਤਾਂ ਵੈਸੇ 5000 ਹੋ ਗਈ ਆ। ਇਹ ਥੋੜ੍ਹੀਆਂ ਪੁਰਾਣੀਆਂ ਫਿਗਰਸ ਨੇ, 2 ਸਾਲ ਪੁਰਾਣੀਆਂ। ਤੇ ਫਰਟੀਲਾਈਜ਼ਰ ਅਬਾਊਟ 2100, ਹਰਬਿਸਾਈਡ 1200, ਇਨਸੈਕਟੀਸਾਈਡ 1000, ਡੀਜ਼ਲ 920, ਹਾਰਵੈਸਟਿੰਗ 1200, ਫੈਮਿਲੀ ਇਨਪੁਟ ਅਬਾਊਟ 9000, ਮਾਰਕੀਟਿੰਗ 975, ਇਰੀਗੇਸ਼ਨ 1200। ਇਹਦਾ ਇਹ ਹੈ ਕਿ ਜਿਹੜੀ ਲੇਬਰ ਆ ਉਹਦੇ ਵਿੱਚ ਉਹ ਨਹੀਂ ਵਰਦੀ, ਇਲੈਕਟ੍ਰਿਕ ਤਾਂ ਫ੍ਰੀ ਆ। ਇਹ 1 ਏਕੜ ਦੀ ਗੱਲ ਕਰਦੇ ਆ ਜਾਂ 1 ਏਕੜ ਵਾਸਤੇ? ਜਾਂ 1 ਏਕੜ ਦੇ ਵਾਸਤੇ ਪਰ ਏਕੜ ਕਿੰਨੀ ਇਨਪੁਟ ਆ ਇਨ ਰੁਪੀਸ? ਰਿਪੇਅਰ ਮੇਨਟੇਨੈਂਸ ਦਾ ਇੰਟਰਸਟ ਪਾ ਕੇ ਤੇ ਲੈਂਡ ਰੈਂਟ, ਅੱਧਾ ਰੈਂਟ ਪਾਇਆ, ਕਿਉਂਕਿ ਆਪਾਂ ਇੱਕ ਖਰਾਬ ਦੀ ਗੱਲ ਕਰਨੀ ਹੈ ਨਾ ਪਹਿਲਾਂ ਪੈਡੀ ਦੀ। ਇਹਦੇ ਜਿਹੜੀ ਖਰਚ ਨੇ ਜਿਹੜੇ, ਇਹਨੂੰ ਤੁਸੀਂ ਐਡ ਕਰ ਲਓ ਜਿਹੜਾ ਮੈਂ ਕਿਹਾ ਹੁਣ ਤੱਕ, ਉਹ ਟੋਟਲ ਦਾ ਹੁੰਦਾ ਜੀ 53,735, 53,735 ਇਹਦੀਆਂ ਕਾਸਟ ਆਉਂਦੀਆਂ ਨੇ 1 ਏਕੜ ਵਾਂਗ। ਜੇ ਸਾਰੀਆਂ ਟੋਟਲੀ ਫਰਮ ਇਕਨੋਮਿਕ ਪੁਆਇੰਟ ਆਫ ਵਿਊ ਤੁਸੀਂ ਦੇ ਪਾਓ। ਅੱਛਾ, ਜਿਹੜੀ ਇਨਕਮ ਆ, it adds up to about 45,000। ਅੱਛਾ, ਹੁਣ ਤੁਸੀਂ ਆਪੇ ਹਿਸਾਬ ਲਾ ਲਓ ਕਿ ਕਿੰਨਾ ਘਾਟਾ ਪੈ ਰਿਹਾ, ਨੈਟ ਲਾਸ ਆ ਜਿਹੜਾ ਕਿੰਨਾ ਹੈ ਜੀ। ਇਹ ਤਾਂ ਹੈਗੀ ਪਿਕਚਰ ਪੈਡੀ ਦੀ। ਹੁਣ ਫਾਰਮਰ ਕਹਿੰਦੇ ਜੀ ਇਹ ਤਾਂ ਕੈਸ਼ ਕਰਾਪ ਆ, ਇਹ MSP ਮਿਲ ਜਾਂਦੀ ਆ ਤੇ ਅਸੀਂ ਇਹਨੂੰ ਛੱਡ ਨਹੀਂ ਸਕਦੇ। ਰਿਐਲਿਟੀ ਇਜ਼ ਦਿਸ ਇਜ਼ ਦ ਵਰਸਟ ਕ੍ਰਾਪ ਫॉर ਪੰਜਾਬ, ਕਿਉਂ ਸਾਡੀ ਕ੍ਰਾਪ ਨਹੀਂ ਹੈ। ਉਹਨਾਂ ਨੇ ਜਦੋਂ ਸੋਚਿਆ ਇਹਦੀ ਵੱਲ ਤਾਂ ਸੀਗਾ ਕਿ ਪੰਜਾਬ ਦੀ ਜ਼ਮੀਨ ਬੜੀ ਜ਼ਰਖੇਜ਼ ਆ, ਉੱਥੇ ਪਾਣੀ ਵੀ ਹੈਗਾ ਤੇ ਹਾਰਡ ਵਰਕਿੰਗ ਫਾਰਮਰਸ ਵੀ ਹੈਗੇ ਆ, ਤੇ ਉਹਨਾਂ ਨੇ ਇੱਕ ਲਾਲੀਪਾਪ ਦਿੱਤਾ ਸੀਗਾ ਕਿ ਇਹਨੂੰ MSP ਦੇ ਦਿਓ, ਮਿਨੀਮਮ ਸਪੋਰਟ ਪ੍ਰਾਈਸ, ਤੇ ਉਹਦੇ ਨਾਲ ਲੋਕਾਂ ਨੂੰ ਲਾਲਚ ਹੋਊਗਾ। ਤੇ ਉਹਦੇ ਨਾਲ ਲੋਕਾਂ ਨੇ about 70s ਦੇ ਵਿੱਚ ਇਹ ਰਾਈਸ ਸ਼ੁਰੂ ਕਰ ਲਿਆ। ਤੇ ਉਹਦੇ ਨਾਲ ਪਹਿਲਾਂ ਕੁਝ ਹੋਈ ਹੈ ਇਨਕਮ, ਨੋ ਡਾਊਟ ਇਨ ਦੀ ਬਿਗਿਨਿੰਗ, ਪਰ ਜਦੋਂ ਕਾਸਟ ਵੱਧ ਗਈਆਂ ਤੇ ਲੇਬਰ ਵੱਧ ਗਈ, ਟ੍ਰਾਂਸਪਲਾਂਟਿੰਗ ਦੀ ਲੇਬਰ 500 ਤੋਂ ਹੁਣ 5000 ਤੱਕ ਹੋ ਜੀ,
ਸੋ ਦੇਰ ਇਜ਼ ਨੋ ਵੇ ਯੂ ਕੈਨ ਮੇਕ ਮਨੀ। ਪਰ ਹਾਲੇ ਵੀ ਬੀਜ ਰਹੇ ਨੇ, ਇੱਕੋ ਹੀ ਲਾਲਚ ਆ ਉਹਨਾਂ ਨੂੰ ਕਿ ਜੀ MSP ਮਿਲ ਰਹੀ ਆ। MSP is just a false promise. It's not a real support price. ਇਹ ਤੁਸੀਂ ਹਿਸਾਬ ਲਾਓ ਕਿ ਕਾਸਟ ਨੂੰ ਪਾ ਕੇ ਸਾਰਾ ਪਰਿਵਾਰ ਕੰਮ ਕਰਦਾ, ਦਿਨ ਰਾਤ ਸਮਝ ਲਓ, ਕਿਉਂਕਿ ਜਦੋਂ ਡੰਗਰ ਆ ਜਾਂਦੇ ਆ ਫੀਲਡ ਦੇ ਵਿੱਚ, ਦਿਨ ਰਾਤ ਹੀ ਹੋ ਗਿਆ, ਰਾਤਾਂ ਨੂੰ ਪਹਿਰੇ ਦਿੰਦੇ ਆ, ਉਹ ਦਿਨੇ ਕੰਮ ਕਰਦੇ ਆ। ਤੇ ਇਸ ਨੂੰ ਇੰਟਰਪ੍ਰੇਟਰ ਨੇ ਜਦੋਂ MSP ਦੀ ਕਾਸਟ ਪ੍ਰੋਡਕਸ਼ਨ ਟੈਗ ਕੈਲਕੂਲੇਟ ਕਰਦੇ ਆ, ਇੱਕ ਤਾਂ ਉਹ ਫਾਰਮਰ ਦੀ ਲੇਬਰ ਨਹੀਂ ਪਾਉਂਦੇ, ਦੂਜਾ ਡੈਪਰੀਸ਼ੀਏਸ਼ਨ ਨਹੀਂ ਪਾਉਂਦੇ। ਜਿਹੜੀ ਸੋਇਲ ਡਿਟੀਰੀਓਰੇਟ ਹੋ ਰਹੀ ਆ, ਸੋਇਲ 'ਚ ਇੱਕ ਪੈਨ ਬਣ ਗਿਆ, ਇੱਕ ਹਾਰਡ ਪੈਨ, ਉਹਦੇ ਨਾਲ ਪਾਣੀ ਪਰਕੋਲੇਟ ਨਹੀਂ ਹੁੰਦਾ। ਜਿਹੜੀ ਟੌਕਸਿਸਿਟੀ ਆ ਕੈਮੀਕਲ ਦੀ, ਉਹ ਨਹੀਂ ਵੱਧ ਗਈ ਆ। ਮਾਈਕਰੋ ਨਿਊਟ੍ਰੀਐਂਟ ਡਿਪਲੀਟ ਹੋ ਰਹੇ ਨੇ, ਪਾਣੀ ਡਿਪਲੀਟ ਹੋ ਰਿਹਾ। ਜੇ ਉਹ ਕਾਊਂਟ ਕਰ ਡਾਇਰੈਕਟ ਲਓ, ਕਾਸਟ ਤੇ ਇਨਡਾਇਰੈਕਟ ਕਾਸਟ, ਡਾਕਟਰ ਸਾਹਿਬ ਜੇ ਦੇਖੀਏ ਕਿ ਜਿਹੜੀਆਂ ਡਾਇਰੈਕਟ ਕਾਸਟ ਹੈਗੀਆਂ, ਸਾਨੂੰ ਡਾਇਰੈਕਟ ਕਾਸਟ ਦੇ ਉੱਤੇ ਹੀ ਘਾਟਾ ਪੈ ਰਿਹਾ ਹੈ। ਇਹਦੇ ਬਿਨਾਂ ਜਿਹੜੀ ਇਨਡਾਇਰੈਕਟ ਸਾਡੇ ਉੱਤੇ ਇਫੈਕਟ ਹੋ ਰਿਹਾ, ਪਾਣੀ ਦਾ ਤਲ ਜਿਹੜਾ ਉਹ ਥੱਲੇ ਜਾ ਰਿਹਾ ਹੈਗਾ। ਇਸ ਤੋਂ ਬਿਨਾਂ ਜਿਹੜੀ ਕੈਮੀਕਲਸ ਹੈਗੇ ਆ, ਉਹ ਮੈਨੂਫੈਕਚਰਰ ਕਹਿੰਦਾ ਕਿ ਇਹਨੂੰ 1 ਪਾਓ ਜੀ, ਜਿਹੜਾ ਵੇਚਣ ਵਾਲਾ ਉਹ ਕਹਿੰਦਾ ਨਹੀਂ ਜੀ 2 ਪਾਓ ਜੀ, ਉਹ ਦੁੱਗਣੀ, ਕਿਉਂਕਿ ਉਹਨਾਂ ਨੂੰ ਫਾਇਦਾ ਹੋਣਾ, ਜਿੰਨੀ ਜ਼ਿਆਦਾ ਲੈਣਗੇ ਉਹ ਵੀ 1 ਨਾਲ ਕੁਝ ਨਹੀਂ ਬਣਨਾ, 2 ਪਾਓ, ਉਹਦੇ ਨਾਲ ਕੈਂਸਰ ਜਿਹੜਾ ਉਹ ਸਪਰੈਡ ਹੋ ਰਿਹਾ। ਸੋ ਤੁਹਾਡਾ ਮਤਲਬ ਹੈ ਕਿ ਠੀਕ ਹੈ, ਇਹ ਬਿਲਕੁਲ ਘਾਟੇ ਦਾ ਸੌਦਾ ਹੈਗਾ ਜੇ ਇਹਨੂੰ ਸਿੰਪਲ ਡਾਇਰੈਕਟ ਕਾਸਟ ਨਾਲ ਲਈਏ, ਪਰ ਜਿਹੜੀ ਸਾਨੂੰ ਜ਼ਿਆਦਾ ਨੁਕਸਾਨ ਹੋ ਰਿਹਾ ਉਹ ਇਨਡਾਇਰੈਕਟ ਕਾਸਟ ਨਾਲ ਹੋ ਰਿਹਾ। ਇਹੀ ਕਹਿ ਰਹੇ ਹਾਂ। ਬਿਲਕੁਲ, ਇਹ ਜਿਹੜੀ ਕਾਸਟ ਆ ਫਾਰਮਰ ਨਹੀਂ ਕਰਦਾ। ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ। ਜਦੋਂ ਮੈਨੂੰ PhD ਤੋਂ ਸੱਦਿਆ ਗਿਆ ਸੀ 4 ਸੈਮੀਨਾਰ ਦੇ ਉੱਤੇ, ਮੈਂ ਇਹ ਤੇ ਬੋਲਦਾ ਰਿਹਾ। ਇੱਕ ਵਾਰੀ ਕੀ ਹੋਇਆ ਕਿ ਮੈਨੂੰ ਕਹਿੰਦੇ ਜੀ ਤੁਸੀਂ ਅੱਜ ਕਿਹੜੇ ਟਾਪਿਕ ਤੇ ਬੋਲਣਾ। ਮੈਂ ਕਿਹਾ ਵੀ ਮੈਂ ਤਾਂ ਜ਼ਿਮੀਂਦਾਰ ਦਾ ਪੁੱਤ ਹਾਂ, ਮੈਂ ਤਾਂ ਐਗਰੀਕਲਚਰ ਦੀ ਗੱਲ ਕਰਨੀ ਆ। ਮੇਰਾ ਪਰਸਨਲ ਐਕਸਪੀਰੀਅੰਸ ਕੀ ਆ, ਪਿਛਲੇ 60 ਸਾਲ ਤੋਂ ਮੈਂ ਇਨਵੋਲਵ ਹਾਂ ਇਹਦੇ ਵਿੱਚ। ਪਰ ਕਹਿੰਦੇ ਇੱਕ ਗੱਲ ਆ ਜੀ, ਤੁਸੀਂ ਵਹੀ ਖਾਤੇ ਦੀ ਗੱਲ ਨਾ ਕਰਿਓ। ਮੈਂ ਕਿਉਂ? ਕਹਿੰਦੇ ਡਾਕਟਰ ਰੰਧਾਵਾ ਕਹਿੰਦੇ ਹੁੰਦੇ ਸੀਗੇ ਵੀ ਜਿਸ ਫਾਰਮਰ ਨੂੰ ਵਹੀ ਖਾਤੇ ਦਾ ਪਤਾ ਲੱਗ ਗਿਆ, ਉਹ ਖੇਤੀ ਛੱਡ ਜਾਏਗਾ। ਮੈਂ ਕਿਹਾ ਵੀ ਇਸ ਤਰ੍ਹਾਂ ਕਰੋ ਤੇ ਮੈਨੂੰ ਮੁਆਫ ਕਰੋ ਤੇ ਮੈਂ ਨਹੀਂ ਬੋਲਣਾ। ਮੈਂ ਤਾਂ ਇਹੀ ਦੱਸਣਾ ਵੀ ਥੋੜਾ ਘਾਟਾ ਪੈ ਰਿਹਾ, ਤੁਸੀਂ ਹਿਸਾਬ ਕਿਤਾਬ ਰੱਖਿਆ, ਇਹਨੂੰ ਬਿਜ਼ਨਸ ਬਣਾਇਆ, ਤੇ ਮੈਂ ਰਿਫਿਊਜ਼ ਕਰਤਾ। ਉਦੋਂ ਬਾਅਦ ਮੈਂ ਕੀਤਾ 1000 ਕਾਪੀ ਬਣਾ ਦੀ ਵਹੀ ਖਾਤੇ ਦੀ। ਤੇ ਉੱਥੇ ਅਸੀਂ, ਸਾਡੇ ਦੋਸਤੀ ਸੀ, ਉਹਦਾ ਆਪਦਾ ਬੂਥ ਸੀਗਾ, ਉੱਥੇ ਅਸੀਂ 1000 ਕਾਪੀ ਰੱਖ ਲਈ। ਵਿਦਨ 2 ਆਵਰਸ 1000 ਕਾਪੀ ਚੱਕ ਕੇ ਜਾ ਕੇ ਵਾਅਦਾ ਕੀਤਾ ਅਸੀਂ ਗਾਹਾਂ ਵੰਡਾਂਗੇ। ਤੇ ਮੈਨੂੰ ਹੈਰਾਨੀ ਇਸ ਗੱਲ ਦੀ ਹੋਈ, ਜਿਹੜੀ ਇੰਸਟੀਟਿਊਸ਼ਨ, ਸਾਡੀ ਇੰਸਟੀਟਿਊਸ਼ਨ ਬੜਾ ਪ੍ਰਾਊਡ ਆ, ਮੈਂ ਪ੍ਰਾਊਡ ਆਫ ਬੀਇੰਗ ਐਲੂਮਨਾਈ ਆਫ ਦੈਟ। ਪਰ ਐਟ ਦੀ ਸੇਮ ਟਾਈਮ ਹਾਲ ਤੱਕ ਵੀ ਫਾਰਮਰ ਨੂੰ ਧੋਖੇ 'ਚ ਰੱਖਿਆ ਜਾ ਸਕਦਾ ਰਹੇ ਨੇ। ਤੇ ਅੱਜ ਉਹ ਗੱਲ ਸੱਚੀ ਹੈ ਉਹਨਾਂ ਦੀ। ਵੈਸੇ ਜੇ ਹਿਸਾਬ ਕਿਤਾਬ ਰੱਖਣ ਲੱਗ ਗਿਆ ਨਾ ਫਾਰਮਰ, ਕੋਈ ਖੇਤੀ ਨਹੀਂ ਕਰੇਗਾ, ਤੇ ਨੈਟ ਲਾਸ। ਤੇ ਮੇਰਾ ਪਰਸਨਲ ਐਕਸਪੀਰੀਅੰਸ ਵੀ ਆ, ਸਾਰਾ ਪਰਿਵਾਰ ਸਾਡੇ ਇਸੇ ਕਿਤੇ ਦੇ ਵਿੱਚ ਆ। ਜੀ ਤੋਂ ਵੀ ਪੁੱਛਦਾ, ਮੈਂ ਕਿਹਾ ਵੀ ਕੋਈ ਬਚਤ ਹੁੰਦੀ ਆ? ਕਹਿੰਦੇ ਜੀ ਬਚਤ ਕੋਈ ਨਹੀਂ ਹੁੰਦੀ। I'm talking about farmers with 5 acre, 10 acre, 20 acre, 20 acre ਕਹਿੰਦਾ ਨਹੀਂ ਜੀ ਬਚਤ ਕੋਈ ਨਹੀਂ, ਬਚਦਾ ਕੁਝ ਨਹੀਂ। ਇਹਦਾ ਮਤਲਬ ਉਹ ਬਾਟਮ ਲਾਈਨ ਹੀ ਦੇਖਦੇ ਆ, ਪਹਿਲਾਂ ਨਹੀਂ ਦੇਖਦੇ ਕਿ ਦੂਜੇ ਜਿਹੜੇ ਸਾਈਡ ਇਫੈਕਟਸ ਨੇ। ਜਿਹੜੇ ਤੁਸੀਂ ਕੈਂਸਰ ਦੀ ਗੱਲ ਕੀਤੀ ਆ, ਮੈਂ ਕਹਿੰਦਾ ਰਾਈਸ ਇਟਸੈਲਫ ਇਜ਼ ਅ ਕੈਂਸਰ। ਰਾਈਸ ਆ ਜਿਹੜਾ, ਦੇਖੋ ਇਹਨੇ ਤੁਸੀਂ ਦੱਸਿਆ ਨਾਈਟ੍ਰੇਟਸ ਪਰਕੋਲੇਟ ਹੁੰਦੇ ਆ, ਉਹ ਵਾਟਰ ਟੇਬਲ ਤੇ ਜਾਂਦੇ ਆ, ਉਹਦੇ ਨਾਲ ਕੈਮੀਕਲਸ ਨੇ ਜਿਹੜੇ ਉਹ, ਤੇ ਉਸ ਤੋਂ ਬਾਅਦ ਬਿਮਾਰੀਆਂ ਫੈਲਦੀਆਂ ਨੇ, ਮੱਛਰ ਤੇ ਹੋਰ। ਮਤਲਬ ਕੈਨ ਯੂ ਇਮੈਜਿਨ ਕਿ ਕ੍ਰਾਪ ਜਿਹੜੀ ਟੋਟਲੀ ਡਿਟੀਰੀਓਰੇਟਿੰਗ ਆ, ਸਾਨੂੰ ਨੁਕਸਾਨ ਪਹੁੰਚਾ ਰਹੀ ਆ, ਉਸ ਨੂੰ 97% ਆਫ ਪੰਜਾਬ ਲੈਂਡ ਅੰਡਰ ਪੈਡੀ ਕਲਟੀਵੇਸ਼ਨ। ਕਿਹਾ ਕਿਹਨੇ ਆ? ਸੈਂਟਰ ਗਵਰਨਮੈਂਟ ਨੇ। ਸਾਡਾ ਪੰਜਾਬ ਦਾ ਪਾਣੀ ਮੁਕਾਉਣਾ ਸੀਗਾ, ਇੱਥੋਂ ਦੀ ਜ਼ਮੀਨ ਨੂੰ ਅਨਫਰਟੀਲਾਈਜ਼ ਕਰਨਾ ਸੀਗਾ, ਤੇ ਉਹਨਾਂ ਨੇ ਇੱਕ ਲਾਲੀਪਾਪ ਰਿਓੜੀਆਂ ਦੇ ਦਿੱਤੀਆਂ, ਆਹ ਤੁਹਾਡੇ ਕੋਲ ਆਏ, ਤੁਹਾਨੂੰ ਅਸੀਂ ਗਰੰਟੀ ਕਰ ਦਿੰਦੇ ਹਾਂ। ਹੁਣ ਫਾਰਮਰ ਇਹ ਨਹੀਂ ਪਤਾ, ਭੋਲੇ ਭਾਲੇ ਫਾਰਮਰ ਨੂੰ ਹਿਸਾਬ ਤਾਂ ਕੋਈ ਰੱਖਦਾ ਹੀ ਨਹੀਂ। ਈਵਨ ਗੁਰਮੇਲ ਸਿੰਘ ਜਿਹਦੀ ਮੈਂ ਗੱਲ ਕਰ ਰਿਹਾ, ਉਹ ਇੱਕ ਬੰਦਾ ਮੈਨੂੰ ਮਿਲਿਆ, ਮੈਨੂੰ ਕਹਿੰਦਾ ਹਾਂ ਜੀ ਮੇਰਾ ਭਤੀਜਾ, ਉਹ BA ਕੀਤੀ ਹੋਈ ਅਕਾਊਂਟਿੰਗ ਦੇ ਵਿੱਚ,
ਉਹ ਪੂਰਾ ਹਿਸਾਬ ਰੱਖਦਾ, ਉਹਨੇ ਮੈਨੂੰ ਫਿਕਰ ਦਿੱਤੀ। ਅੱਛਾ, ਇਹ ਤਾਂ ਰਾਜ ਦੀ ਗੱਲ ਰਾਜ ਸਾਡਾ ਨਾ ਜਿਹੜਾ, ਜਦੋਂ ਜਿੰਨਾ ਚਿਰ ਤੋਂ ਖੜਾ ਨਹੀਂ ਛੁੱਟਦਾ, ਪੰਜਾਬ ਕਦੇ ਵੀ ਪ੍ਰੋਗਰੈਸ ਨਹੀਂ ਕਰ ਸਕਦਾ। ਇਹ ਪੰਜਾਬ ਨੂੰ ਕਹਿੰਦੇ ਹੋਰ ਕੀ ਕਰੀਏ, ਹੋਰ ਤੁਸੀਂ ਡਿਵਰਸੀਫਿਕੇਸ਼ਨ ਜਿਹੜੀ ਮੇਰਾ ਖਿਆਲ PSU ਦੀ ਵੀ ਇੱਕ ਲਿਮਿਟੇਸ਼ਨ ਹੈ ਜਿਹੜੀ ਮੈਂ ਸਮਝਦਾ ਕਿ ਉਹਨਾਂ ਨੇ ਵੀ ਜ਼ਿਆਦਾ ਇਸ ਚੀਜ਼ ਨੂੰ ਜਾਂ ਲੋਕੀ ਨਹੀਂ ਸੁਣਦੇ, ਜਾਂ ਉਹਨਾਂ ਨੇ ਇਹਨੂੰ ਡਿਵਰਸੀਫਿਕੇਸ਼ਨ ਨੂੰ ਜਿਹੜਾ ਉਹ ਪ੍ਰਮੋਟ ਨਹੀਂ ਕੀਤਾ। ਜਿੰਨੇ ਕੁ ਅਗਾਂਹ ਵਧੂ ਕਿਸਾਨ ਹੈਗੇ ਆ ਜਿਹੜੇ ਕਿ ਇਸ ਵੇਲੇ 2.5 ਏਕੜ ਦੇ ਵਿੱਚੋਂ ਵੀ ਪ੍ਰੋਫਿਟ ਕੱਢ ਰਹੇ ਹੈਗੇ ਆ, ਉਹ ਜੇ ਉਹ ਡਿਵਰਸੀਫਾਈ ਕਰਦੇ ਆ, ਜੇ ਉਹ ਕਿਸੇ ਸਪੈਸੀਫਿਕ ਈਵਨ ਫਿਸ਼ਰੀ ਲਾ ਲਈਏ, ਇਹਦੇ ਵਿੱਚ ਇਹ ਥੋੜੇ ਬਹੁਤੇ ਨਾਲ ਮੁਰਗੀ ਖਾਨਾ ਖੋਲ ਲਓ, ਥੋੜਾ ਬਹੁਤਾ ਨਾਲ ਤੁਸੀਂ ਦੂਜੇ ਡਿਫਰੈਂਟ ਕਾਈਂਡ ਆਫ ਕਹਿ ਲਓ ਕਿ ਜਿਹੜੀਆਂ ਹੈਗੀਆਂ ਸਬਜ਼ੀਆਂ ਜਾਂ ਹੋਰ ਚੀਜ਼ਾਂ ਜਿਹੜੀਆਂ ਤੁਸੀਂ ਕਰ ਲਓ। ਤੇ ਮੇਰਾ ਖਿਆਲ ਡਿਵਰਸੀਫਿਕੇਸ਼ਨ ਨਾਲ ਜਿਹੜਾ ਪ੍ਰੋਫਿਟ ਹੋ ਸਕਦਾ ਹੈ। ਪਰ ਮੈਂ ਇਹ ਗੱਲ ਜਿਹੜੀ ਹੈ, ਜੋ ਮੈਂ ਸੁਣਿਆ, ਜੋ ਐਕਸਪਰਟ ਜਿਹੜੇ ਆ ਇਸ ਗੱਲ ਦਾ ਕਰਦੇ ਹੈਗੇ ਆ, ਚਾਰ ਈਵਨ ਹਾਰਟੀਕਲਚਰ ਵਾਲੇ ਜਿਹੜੇ ਆ, ਮੈਨੂੰ ਇੱਕ ਆਪਣੇ ਲਾਜਵਿੰਦਰ ਸਿੰਘ ਬਰਾੜ ਸਾਡੇ ਦੋਸਤ ਹੈ, ਉਹਨਾਂ ਨੇ ਵੀ ਦੱਸਿਆ ਕਿ ਹਾਰਟੀਕਲਚਰ ਦੇ ਵਿੱਚ ਵੀ ਇਸ ਚੀਜ਼ ਦਾ ਜਿਹੜਾ ਉਹ ਫਾਇਦਾ ਹੁੰਦਾ ਹੈਗਾ, ਬਜਾਏ ਕਿ ਇਹ ਚੌਲਾਂ ਦੇ ਚੱਕਰ ਦੇ ਵਿੱਚ ਪਈਏ। No, I agree with that. ਅੱਛਾ, ਇਹਦਾ ਆਪਾਂ ਦੂਸਰੀ ਸਾਈਡ ਵੀ ਦੇਖ ਲਈਏ। ਹਾਂਜੀ, ਮੈਂ ਉੱਥੇ ਆਫਰ ਕੀਤੀ ਤਕਰੀਬਨ 5 ਲੱਖ ਰੁਪਈਆ। ਮੈਂ ਕਿਹਾ ਮੈਂ ਤੁਹਾਨੂੰ ਦਿੰਦਾ, ਤੁਸੀਂ ਨਾ ਬੂਥ ਬਣਾ ਲਓ, ਸਟੈਂਡ, ਰੋਡ ਸਟੈਂਡ ਬਣਾ ਲਓ ਲੁਧਿਆਣੇ ਤੋਂ ਚੰਡੀਗੜ੍ਹ ਤੱਕ, ਜਿਹਦੀ ਜ਼ਮੀਨ ਲੱਗਦੀ ਆ ਨਾ, ਹਾਂਜੀ, ਉਹ ਤੁਸੀਂ ਲੈ ਲਓ, ਤੇ ਉਹਦੇ ਜਿਹੜਾ ਤੁਹਾਡਾ ਇਹ ਫੰਡ ਆ ਇਹ ਯੂਜ਼ ਕਰੋ ਤੁਸੀਂ ਉਹ ਖੋਖੇ ਬਣਾਉਣ ਲਈ ਉੱਥੇ। ਹਾਂਜੀ, ਸਿਰਫ 2 ਬੰਦਿਆਂ ਨੇ ਵਾਲੰਟੀਅਰ ਕੀਤਾ। ਹਾਂਜੀ, ਬਾਕੀ ਜਿਹੜੇ ਬੰਦੇ ਨਜ਼ਦੀਕੀ ਸੀ, ਉਹ ਕਹਿੰਦੇ ਅੰਕਲ ਤੁਸੀਂ ਸਾਨੂੰ ਬਾਣੀ ਬਣਾਉਣ ਲੱਗੇ ਹੋ, ਅਸੀਂ ਉੱਥੇ ਖੜ ਕੇ ਸਬਜ਼ੀਆਂ ਵੇਚੀਏ, ਉੱਥੇ ਅਸੀਂ ਦਾਲਾਂ ਵੇਚੀਏ ਖੜ ਕੇ। ਇਹ ਮਤਲਬ ਗੱਲ ਕਰਦਾ ਸਾਡੇ ਈਗੋ ਦਾ ਪ੍ਰੋਬਲਮ ਜਿਹੜਾ। ਤੇ ਮੈਂ ਕਿਹਾ ਵੀ ਚਲੋ ਠੀਕ ਆ, ਤੁਸੀਂ ਨਹੀਂ ਕਰਨਾ ਤੇ ਫਿਰ ਤੁਸੀਂ ਬਾਹਰੋਂ ਜੋ ਕਰਨਾ। ਜੇ ਦੂਜੀ ਗੱਲ ਜਿਹੜੀ ਮੇਨ ਚੀਜ਼ ਆ, ਮਾਰਕੀਟਿੰਗ। ਮਾਰਕੀਟਿੰਗ ਰਾਜ ਦੀ ਚੰਗੀ ਆ, ਸੋ ਗਵਰਨਮੈਂਟ ਬਾਏ ਕਰ ਲੈਂਦੀ ਆ, ਚੰਗੀ ਗੱਲ ਆ, ਪਰ ਘਾਟਾ ਪੈਂਦਾ ਜ਼ਿਮੀਦਾਰ ਨੂੰ ਜਦੋਂ ਉਹ ਤੁਸੀਂ ਅਨੀਅਨਸ ਲੈ ਲਓ, ਗੰਢੇ ਲੈ ਲਓ, ਉਹਨਾਂ ਚੱਕ ਲੈਂਦੇ ਆ 5 ਰੁਪਏ ਦਾ ਕਿਲੋ ਚੱਕ ਲੈਂਦੇ ਆ, ਫਾਰਮਰ ਦੇ ਆਉਂਦੇ ਆ, ਸਿੱਟੇ ਆਉਂਦੇ ਆ, ਉਹਨੂੰ 50 ਰੁਪਏ ਦਾ ਕਿਲੋ ਵੇਚਦੇ ਆ। ਸੋ ਫਾਰਮਰ ਆ ਜਿਹੜਾ ਮਾਰਕੀਟਿੰਗ 'ਚ ਨਹੀਂ ਹੈ, ਇਸ ਲਈ ਵੀ ਇਹ ਘਾਟਾ ਖਾ ਰਿਹਾ। ਨਹੀਂ, ਪਰ ਇਹ ਜਿਹੜੇ ਨਵੇਂ ਆਪਣਾ ਕਾਨੂੰਨ ਆ ਰਹੇ ਹੈਗੇ ਆ ਡਾਕਟਰ ਸਾਹਿਬ, ਇਹਦੇ ਨਾਲ ਤਾਂ ਇਦੋਂ ਵੀ ਮੰਦੀ ਹਾਲਤ ਹੋਊਗੀ। ਦੇਖੋ, ਜਦੋਂ ਅਸੀਂ ਸਪੋਜ਼ ਕਰੋ ਕਿ ਸਾਰੇ ਜਾਣੇ ਇੱਕ ਫਸਲ ਦੇ ਮਗਰ ਪੈ ਗਏ, ਠੀਕ ਹੈ, ਉਹਨਾਂ ਕੋਲੋਂ ਕਿਸਾਨ ਨੇ ਤਾਂ ਸਿੱਟਣੀ ਹੈ, ਜਦੋਂ ਕੋਈ ਲੈ ਨਹੀਂ ਰਿਹਾ ਹੈਗਾ ਉਹਨੂੰ। ਇਹ ਜਿਹੜੀਆਂ ਵੱਡੀਆਂ ਕਾਰਪੋਰੇਸ਼ਨ ਹੈ, ਇਹਨਾਂ ਨੇ ਆਪਦੇ ਗੋਦਾਮ ਬਣਾਏ ਹੋਏ ਆ, ਇਹਨਾਂ ਨੇ ਆਪ ਦਾ ਆਲਰੇਡੀ ਇਨਫਰਾਸਟ੍ਰਕਚਰ ਬਣਾਇਆ ਹੋਇਆ। ਵੱਡੀਆਂ ਕੰਪਨੀਆਂ ਵੀ ਕਿਹੜੀਆਂ, ਇੱਕੋ ਹੀ ਕੰਪਨੀ, ਬਾਕੀ ਤਾਂ ਸਟੋਰੇਜ ਵਾਲੀ ਕੰਪਨੀ ਹੈ ਦੂਜੀ ਤਾਂ। ਸੋ ਉਹ ਐਡੇ ਸਸਤੇ ਭਾਅ ਤੇ ਖਰੀਦਣਗੇ ਉਹਨੂੰ ਸਿੱਟੇ ਹੋਏ ਅਨਾਜ ਨੂੰ, ਕਿ ਉਹਨੂੰ ਫਿਰ ਉਹ ਵੇਚਣਗੇ ਉਹ ਕਈ ਗੁਣਾ ਵੱਧ ਤੇ, ਜਿਹਦੇ ਚ ਕਿਸਾਨ ਜਿਹੜਾ ਉਹੀ ਬੇਸਿਕਲੀ ਉਸੇ ਨੇ ਸਫਰ ਕਰਨਾ ਹੈਗਾ। ਸੋ ਮੈਂ ਇਸੇ ਗੱਲ ਨੂੰ ਮੈਂ ਅਗਾਂਹ ਚੱਲਦਾ ਹੋਇਆ, ਦੇਖੋ ਇਹ ਜੀ ਚੀਜ਼ ਜਿਹੜੀ ਧੁਖ ਰਹੀ ਹੈ, ਜਿਹੜੀ ਇਹ ਅੱਜ ਦੀ ਨਹੀਂ ਹੈ, ਇਹ ਕਈ ਸਾਲਾਂ ਦੀ ਹੈ। ਇਹ ਫਰਸਟ੍ਰੇਸ਼ਨ ਹੈ। ਮੈਂ ਸਮਝਦਾ ਕਿ ਜਿਹੜਾ ਕਿਸਾਨੀ ਅੰਦੋਲਨ ਹੈ, ਇਹ ਇੱਕ ਦਿਨ ਚ ਭਾਂਬੜ ਨਹੀਂ ਬਣਿਆ। ਇਹ ਤੁਸੀਂ ਕੀ ਸਮਝਦੇ ਆ ਕਿ ਇਹ ਧੂਣੀ ਕਦੋਂ ਦੀ ਚੱਲ ਰਹੀ ਹੈ ਤੇ ਭਾਂਬੜ ਕਦੋਂ ਬਣਿਆ? ਕਿੰਨਾ ਸਟੇਜਸ ਦੇ ਉੱਤੇ ਆ ਕੇ ਫਾਰਮਰਸ ਨੇ ਆਪਦਾ ਗੁੱਸਾ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਭਾਈ ਸਾਨੂੰ ਇਹਦੇ ਚੋਂ ਬਚਦਾ ਕੁਝ ਨਹੀਂ, ਜੋ ਸਾਡੇ ਨਾਲ ਤੁਸੀਂ ਕਰ ਰਹੇ ਆ ਉਹ ਫੇਅਰ ਨਹੀਂ ਹੈ। ਸੋ ਮੈਂ ਇਹ ਸਮਝਦਾ, ਪਰ ਤੁਸੀਂ ਕੀ ਸਮਝਦੇ ਆ ਕਿ ਇਹ ਵਾਕਈ ਜਿਹੜੀ ਭਾਂਬੜ ਹੈ, ਇਹ ਇੱਕ ਦਿਨ ਦੀ ਕਰਾਮਾਤ ਨਹੀਂ ਹੈ, ਇਹ ਓਵਰ ਏ ਪੀਰੀਅਡ ਆਫ ਟਾਈਮ ਹੈ? ਬਿਲਕੁਲ। ਮੈਂ ਥੋੜਾ ਗੋ ਬੈਕ ਸੀ ਸਟੇਟਲੀ ਗੱਲ। 1907 ਵਿੱਚ ਚਾਚਾ ਅਜੀਤ ਸਿੰਘ ਨੇ ਅੰਦੋਲਨ ਚਲਾਇਆ ਸੀ। ਹਾਂਜੀ, ਉਦੋਂ ਵੀ ਇਹੀ ਪ੍ਰੋਬਲਮ ਸੀ, ਉਹ ਜ਼ਮੀਨਾਂ ਖੋ ਰਹੇ ਸੀਗੇ। ਹਾਂਜੀ, ਤੇ ਉਹਨੇ ਇਹ ਮੂਵਮੈਂਟ ਚਲਾਈ ਸੀ ਤੇ 9 ਮਹੀਨੇ ਲੱਗੇ, ਉਹਨਾਂ ਦੀ ਜਿੱਤ ਹੋਈ, ਔਰ ਉਹ ਵਿਚਾਰੇ ਨੂੰ ਦੇਸ਼ ਨਿਕਾਲਾ ਭਰਨਾ ਪਿਆ। ਅੱਧੀ ਉਮਰ ਉਹਨੇ ਬਾਹਰ ਕੱਟੀ ਆ। ਇਹ ਕੁਰਬਾਨੀ ਸੀ ਉਹਨਾਂ ਦੀ। ਉਦੋਂ ਬਾਅਦ ਉਹਨਾਂ ਦੇ ਭਤੀਜੇ ਦੀ, ਸ਼ਹੀਦ ਭਗਤ ਸਿੰਘ ਦੀ ਕੁਰਬਾਨੀ, ਬਾਪੂ ਕਿਸ਼ਨ ਸਿੰਘ ਦੀ। ਇਹ ਜਿਹੜੀ ਚੀਜ਼ਾਂ ਉਦੋਂ ਤੋਂ ਸ਼ੁਰੂ ਹੋਈ ਵੀ ਆ, ਉਸ ਤੋਂ ਬਾਅਦ ਅਪਸ ਐਂਡ ਡਾਊਨ ਆਉਂਦੇ ਗਏ।
ਉਸ ਤੋਂ ਬਾਅਦ ਕਈ ਇੰਪਰੂਵਮੈਂਟਸ ਵੀ ਆਈਆਂ ਨੇ ਤੇ 35 ਦੇ ਵਿੱਚ 1935 ਦੇ ਵਿੱਚ ਕੋਈ ਇੰਪਰੂਵਮੈਂਟਸ ਹੋਈਆਂ। ਫਿਰ ਜਦੋਂ ਇਹ ਗ੍ਰੀਨ ਰੈਵੋਲੂਸ਼ਨ ਤੋਂ ਅੱਗੇ ਚੱਲਦੇ ਆ ਥੋੜਾ ਜਿਹਾ, ਤੇ ਲੋਕਾਂ ਨੇ ਦੇਖਿਆ ਵੀ ਇਹ ਤਾਂ ਬੱਚਤ ਤੱਕ ਹੁੰਦੀ ਨਹੀਂ, ਸਾਡਾ ਤਾਂ ਗੁਜ਼ਾਰਾ ਵੀ ਨਹੀਂ ਆਉਂਦਾ, ਤੇ ਜੇ ਕੋਈ ਕਰਜ਼ਾ ਲੈ ਲੈਨੇ ਆ ਉਤਰਦਾ ਹੀ ਨਹੀਂ, ਵਿਆਜ ਨਹੀਂ ਉਤਰਦਾ, ਕਰਜ਼ਾ ਤਾਂ ਕੀ ਹੋਣਾ। ਹੌਲੀ ਹੌਲੀ ਸੁਰਤ ਆਈ। ਤੇ 2 ਸਾਲ ਪਹਿਲਾਂ ਮੈਂ ਜਦੋਂ ਉੱਥੇ ਗਿਆ ਸੀ, ਮੈਂ ਪੁੱਛਿਆ, ਮੇਰੇ ਕਾਂਟੈਕਟ ਦੇ ਵਿੱਚ ਕੁਝ ਕਿਸਾਨ ਸੇਵਾਦਾਰੀ ਸਮਝਣਾ, ਲੀਡਰ ਸਮਝ ਲਓ, ਕੁਝ ਸਮਝ ਲਓ, ਮੈਂ ਗੱਲਬਾਤ ਕੀਤੀ ਵੀ ਤੁਹਾਡੀ ਪ੍ਰੋਬਲਮ ਕੀ ਆ। ਕਹਿੰਦੇ ਜੀ ਸਾਡੀ ਬਹੁਤ ਜ਼ਿਆਦਾ ਯੂਨੀਅਨ ਬਣੀਆਂ ਹੋਈਆਂ ਨੇ, ਤੇ ਮੇਰਾ ਐਕਸਪੀਰੀਅੰਸ ਇੱਥੇ ਸੀ, ਮੈਂ 50 ਸਾਲ ਤੋਂ ਇੱਥੇ ਵੀ ਖੇਤੀ ਕੀਤੀ ਆ, ਤੇ ਮੈਂ ਕਿਹਾ ਵੀ ਸਾਡੇ ਤਾਂ ਇੱਕ ਫਾਰਮ ਬਿਊਰੋ ਬਣੀ ਹੋਈ ਆ, ਕੋਈ ਕਿਸਮ ਦੀ ਯੂਨੀਅਨ ਆ, ਉਹਨਾਂ ਨੇ ਫਾਰਮ ਨੂੰ ਇਕੱਠੇ ਕਰਕੇ ਉਹਨਾਂ ਦੇ ਕੋਆਪਰੇਟਿਵ ਬਣਾਏ ਹੋਏ ਨੇ, ਤੇ ਤੁਸੀਂ ਕਿਉਂ ਨਹੀਂ ਕਰਦੇ। ਕਹਿੰਦੀ ਇਕੱਠੇ ਹੋ ਨਹੀਂ ਸਕਦੇ, ਆਪੋ ਤਾਂ ਆਪੀ ਚੱਲ ਰਹੀ ਆ। ਤੇ ਮੈਂ ਉਹ ਬੰਦੇ ਦਾ ਨਾਂ ਨਹੀਂ ਲੈ ਰਿਹਾ ਇਸ ਵਕਤ, ਕਿਉਂਕਿ ਮੇਰੀ ਪਰਮਿਸ਼ਨ ਨਹੀਂ ਉਹਦੀ, ਤੇ ਇਸ ਵਕਤ ਉਹ ਕਾਫੀ ਚੰਗਾ ਰੋਲ ਪਲੇ ਕਰ ਰਿਹਾ। ਮੈਂ ਉਹਨੂੰ ਇੱਕ ਬੇਨਤੀ ਕੀਤੀ ਵੀ ਤੁਸੀਂ ਸਾਰਿਆਂ ਨੂੰ ਇਕੱਠੇ ਕਿਉਂ ਨਹੀਂ ਕਰਦੇ, ਇਹਦੀ ਫੈਡਰੇਸ਼ਨ ਬਣਾ ਲਓ, ਇਸ ਫਾਰਮਰ ਦੀ ਫਾਰਮਿੰਗ ਦੀ ਸਾਰੇ ਨੂੰ ਇਕੱਠੇ ਕਰ ਲਓ, ਤੇ ਇਹਨਾਂ ਨੂੰ ਦੱਸ ਦਿਓ ਵੀ ਤੁਹਾਡੇ ਨਾਲ ਕੀ ਹੋਣ ਵਾਲਾ। ਅੱਛਾ, ਉਹ ਗੱਲ 2 ਸਾਲ ਲੱਗ ਗਏ ਉਹਨਾਂ ਨੂੰ ਇਸ ਚੀਜ਼ ਤੇ। 2018 ਤੇ ਇਹ ਗੱਲ ਉਹਦੇ ਕੰਨੀ ਤਾਂ ਪੈ ਗਈ ਹੈ ਜੀ। ਉਸ ਵਕਤ ਮੇਰਾ ਐਗਰੀ ਵੀ ਕੀਤਾ, ਕਹਿੰਦਾ ਠੀਕ ਆ ਜੀ ਅਸੀਂ ਕਰਦੇ ਹਾਂ ਕੋਸ਼ਿਸ਼। ਤੇ ਉਹਨਾਂ ਨੇ ਕੋਸ਼ਿਸ਼ ਕੀਤੀ, ਤੇ ਇਨ ਦੀ ਅਰਲੀ ਪਾਰਟ ਆਫ 2019 ਦੇ ਵਿੱਚ ਤੇ ਇਕੱਠ ਕੀਤਾ, ਲੋਕਾਂ ਨੂੰ ਸਮਝਾਇਆ, ਸਮਝ ਗਏ ਲੋਕੀ। ਫਿਰ ਅਸਲੀ ਭਾਂਬੜ ਮਚਿਆ ਉਦੋਂ ਜਦੋਂ ਇਹਨਾਂ ਨੇ ਆਰਡੀਨੈਂਸ ਪਾਸ ਕੀਤੇ ਨਾ। ਆਰਡੀਨੈਂਸ ਜਿਹੜਾ ਹੁੰਦਾ ਨਾ, ਐਮਰਜੈਂਸੀ ਦੀ ਗੱਲ ਹੁੰਦੀ ਹੈ। ਇਹਨਾਂ ਨੇ ਅੰਦਰ ਖਾਤੇ ਹੀ ਵਿਦਆਊਟ ਐਨੀ ਕੰਸਲਟੇਸ਼ਨ ਵਿਦ ਫਾਰਮਰ ਜਾਂ ਕਿਸੇ ਐਕਸਪਰਟ ਦਾ, ਕਿਉਂਕਿ ਇਹਨਾਂ ਦੇ ਜਿਹੜੀਆਂ ਡੋਰਾਂ ਉੱਪਰੋਂ ਖਿੱਚੀਆਂ ਜਾਂਦੀਆਂ ਸੀਗੀਆਂ, ਉਹਨਾਂ ਨੇ ਕਿਹਾ, WTO ਕਹਿੰਦੇ ਆ ਵੀ ਤੁਸੀਂ ਐਟਲੀਸਟ 35% ਲੋਕੀ ਫਾਰਮ ਵਿੱਚੋਂ ਕੱਢੋ, ਉਹਨਾਂ ਨੂੰ ਸ਼ਹਿਰਾਂ ਵਿੱਚ ਲੈ ਜਾਓ, ਉੱਥੇ ਲੇਬਰ ਦੀ ਲੋੜ ਹੈ। ਉਹਨਾਂ ਨੂੰ ਇਹ ਨਹੀਂ ਪਤਾ ਸਾਡੀ ਕਲਚਰ ਕੀ ਆ, ਸਾਡੀ ਸਾਈਕੀ ਕੀ ਆ। ਖੈਰ ਇਹਨਾਂ ਨੇ ਸ਼ੁਰੂ ਕਰ ਲਿਆ, ਆਰਡੀਨੈਂਸ ਪਾਸ ਕਰ ਲਏ, ਲੋਕ ਸਭਾ 'ਚ ਕਰ ਲਏ, ਤੇ ਮੈਨੀਪੂਲੇਟਿਵਲੀ ਤੇ ਰਾਜ ਸਭਾ 'ਚ ਗਏ। ਤੁਹਾਨੂੰ ਸਾਰੀ ਸਟੋਰੀ ਦਾ ਪਤਾ। ਫਿਰ ਸਤੰਬਰ 20 ਨੂੰ ਆਈ ਥਿੰਕ ਉਹਨਾਂ ਨੇ ਟੋਟਲੀ ਇਹਦਾ ਲਾਅ ਬਣਾਤਾ, ਆਰਡੀਨੈਂਸ ਤੋਂ ਬਿੱਲ ਤੋਂ ਬਣਾ ਕੇ ਲਾਅ ਆਫ 2020 ਵਟਐਵਰ, ਤੇ 2020 ਸੀ ਉਦੋਂ। ਤੇ ਉਸ ਵਕਤ ਲੋਕਾਂ ਨੂੰ ਸੁਰਤ ਆਈ। ਉਹਦੇ ਵਿੱਚ ਮੈਂ ਕੁਝ ਨਾਂ ਲੈ ਲੈਣਾ ਜਿਨ੍ਹਾਂ ਲੋਕਾਂ ਨੇ ਇਹਨਾਂ ਨੂੰ ਜਗਾਇਆ। ਡਾਕਟਰ ਪਿਆਰਾ ਲਾਲ ਗਰਗ, ਬੜਾ ਨਤੜਕ ਸਾਇੰਟਿਸਟ ਆ। ਹੀ ਵਾਸ ਰਜਿਸਟਰਾਰ ਆਫ ਆਪਣੇ ਮੈਡੀਕਲ ਯੂਨੀਵਰਸਿਟੀ ਦੇ। ਬਾਅਦ ਦੇ ਵਿੱਚ ਉਹ ਮੂਵਮੈਂਟਸ ਵੀ ਰਿਹਾ। ਉਹਨਾਂ ਨੇ ਆਰਟੀਕਲ ਲਿਖੇ। ਡਾਕਟਰ ਗਿਆਨ ਸਿੰਘ, ਉਹਨਾਂ ਨੇ 1 ਦਰਜਨ ਕਿਤਾਬਾਂ ਲਿਖੀਆਂ, 400 ਆਰਟੀਕਲ ਲਿਖਿਆ। ਤੇ ਹੋਰ ਵੀ ਮੈਂ ਨਾਂ ਲੈਣਾ ਚਾਹੁੰਦਾ, ਪਰ ਉਹਨਾਂ ਦੀ ਪਰਮਿਸ਼ਨ ਨਹੀਂ ਹੈ। ਪਰ ਇਹਨਾਂ ਮੈਂ ਸਤਿਕਾਰ 'ਚ ਉਹਨਾਂ ਲੋਕਾਂ ਨੂੰ ਕਹਿਣਾ ਵੀ ਜੇ ਲੈ ਲਓ, ਇਹਨਾਂ ਨੇ ਤੜਕ ਨੇ, ਉਹਨਾਂ ਨੂੰ ਕੋਈ ਪਰਵਾਹ ਨਹੀਂ ਇਹਨਾਂ ਦੀ। ਇਹ ਤੇ ਡਾਕਟਰ ਗਰਗ ਨੇ ਤੇ ਇੱਥੇ ਵੀ ਕਹਿਤਾ ਇੱਕ ਰੈਲੀ ਦੇ ਵਿੱਚ, ਕਹਿੰਦਾ ਆਇਓ ਪਹਿਲਾਂ ਮੈਨੂੰ ਅਰੈਸਟ ਕਰੋ, ਹਾਂਜੀ, ਨਿਤੜਕ ਬੰਦਾ। ਖੈਰ ਐਨੀਵੇ, ਉਹਨਾਂ ਲੋਕਾਂ ਨੇ ਹੌਲੀ ਹੌਲੀ ਇਹਨੂੰ ਦੱਸਣਾ ਸ਼ੁਰੂ ਕੀਤਾ, ਇਹਦਾ ਤੁਹਾਡਾ ਸਭ ਕੁਝ ਖਤਮ ਕਰ ਦੇਣਗੇ। ਇਹਨਾਂ ਨੇ ਥੋਤੋਂ 10 ਰੁਪਏ ਕਿਲੋ ਲੈ ਲੈਣੀ ਆ ਮੱਕੀ, ਆਟਾ ਪੀ ਕੇ ਉੱਥੇ 150 ਰੁਪਏ ਦੇ ਵੇਚਿਆ ਕਰਨਗੇ, ਜਿਹੜਾ ਹੋ ਵੀ ਰਿਹਾ ਆਲਰੇਡੀ। ਇਹ ਲੈ ਕੇ ਤੁਹਾਡੇ ਕਣਕ, ਤੇ ਤੁਹਾਡੇ ਜਦੋਂ ਤੁਸੀਂ ਅਫੋਰਡ ਨਾ ਕਰ ਸਕੇ, ਇਹਨਾਂ ਨੇ ਹੌਲੀ ਹੌਲੀ ਤੋਂ ਜ਼ਮੀਨਾਂ ਤਾਂ ਉਹਨਾਂ ਨੇ ਕਹਿਣਾ ਵੀ ਸਾਰੇ ਜਿੰਨੀਆਂ ਵੱਟਾਂ ਵਾਹ ਦਿਓ, ਸਾਰੇ ਇੱਕੋ ਹੀ ਮੁਸ਼ਤਰਕ ਕਿੱਦਾਂ ਕਰਤਾ। ਤੇ ਉਹਦੇ ਵਿੱਚ ਕੀ ਹੋਏਗਾ ਕਿ ਤੁਹਾਨੂੰ slowly and slowly they will take you out of farming. That's what the WTO says. That's what they will do. That's what the footing. So ਉਹਦਾ ਜਿਹੜੇ WTO ਤੋਂ ਗਾਹਾਂ ਇਹਨਾਂ ਦੇ ਜਿਹੜੇ 2 ਮੈਂ ਉਹ ਲਫ਼ਜ਼ ਵਰਤਣਾ ਨਹੀਂ ਚਾਹੁੰਦਾ, ਉਹ ਜਿਹੜੇ ਬੰਦੇ ਆ, they are looking to take over economically the whole country, and they're doing it little at a time. They are very obvious, ਜਿਹੜੀ ਉਹ ਚੀਜ਼ ਹੈਗੀ ਹੈ ਨਾ, ਉਹਨਾਂ ਦਾ
ਦੇਖੋ ਮੈਂ ਇਹ ਕੁਐਸਚਨ ਨਾ ਪਿਛਲੀ ਵਾਰੀ ਵੀ ਇਹ ਕੁਐਸਚਨ ਮੈਂ ਕੀਤਾ ਸੀਗਾ ਪਿਛਲੇ ਥਰਸਡੇ ਵੀ। ਮੈਂ ਤੁਸੀਂ ਇੱਥੇ ਫਾਰਮਿੰਗ ਕੀਤੀ ਹੈ, ਮੈਨੂੰ ਪਤਾ ਤੁਸੀਂ ਇੱਥੇ ਫਾਰਮਿੰਗ ਕੀਤੀ ਹੈ, ਪਰ ਮੈਂ ਇਹ ਦੇਣਾ ਕਿ ਫਾਰਮਿੰਗ ਤਾਂ ਕੈਲੀਫੋਰਨੀਆ ਦੇ ਵਿੱਚ ਜਿਹਦੇ ਕੋਲ 400 ਏਕੜ ਤੋਂ 4000 ਏਕੜ ਤੱਕ ਹੈ, ਤੁਸੀਂ ਕੀ ਸਮਝਦੇ ਆ ਕਿ ਕੈਲੀਫੋਰਨੀਆ ਦੇ ਵਿੱਚ ਵੀ ਫਾਰਮਿੰਗ ਜਿਹੜੀ ਹੈ ਉਹ ਫਾਇਦੇਮੰਦ ਹੈ, ਜਾਂ ਇਹ ਉਹਦਾ ਵੀ ਉਹੀ ਹਾਲ ਹੈ ਜੋ ਕਿ ਪੰਜਾਬ ਦੇ ਵਿੱਚ ਹੋ ਰਿਹਾ? ਉੱਥੇ ਜੀ ਜ਼ਿਮੀਦਾਰ ਦੁਨੀਆ ਭਰ 'ਚ ਇਹੀ ਹਾਲ ਹੈ। ਜਿੱਥੇ ਕਿ ਮੈਂ 8 ਕੰਟਰੀ ਨੂੰ ਸਟੱਡੀ ਕਰ ਚੁੱਕਿਆ, ਕਈਆਂ ਪਰਸਨਲੀ ਵੀ ਗਿਆ, ਕਈਆਂ ਨੂੰ ਮੈਂ ਇੰਟਰਨੈਟ ਤੇ ਵੀ। ਤੇ ਜਿੱਥੇ ਤਾਂ ਉਹਨਾਂ ਨੂੰ ਸਬਸਿਡੀ ਮਿਲਦੀ ਆ ਉਹ ਤਾਂ ਓਕੇ। ਹੁਣ ਜਾਪਾਨ ਦੇ ਵਿੱਚ ਮੈਂ ਗਿਆ, ਉੱਥੇ ਇੰਟਰਵਿਊ ਕੀਤੀ ਉਹਨਾਂ ਦੇ ਐਗਰੀਕਲਚਰ ਡਿਪਾਰਟਮੈਂਟ। ਉਹ ਕਹਿੰਦੇ ਅਸੀਂ $8,000 ਇੱਕ ਏਕੜ ਦਾ ਦਿੰਦੇ ਆ। ਅੱਛਾ ਜੀ, ਹਾਂਜੀ। ਤੁਸੀਂ ਕੰਪੇਅਰ ਕਰੋ, ਇੱਥੇ USA 'ਚ ਵੀ ਹੈਗੀ ਸਬਸਿਡੀ ਥੋੜੀ ਘਣੀ, ਬਹੁਤੀ ਨਹੀਂ ਹੈ। ਇੱਥੇ ਵੀ ਜਿਹੜੇ ਲੋਕੀ ਰਾਈਸ ਉਗਾਉਂਦੇ ਆ ਨਾ, ਉਹਨਾਂ ਦਾ ਨੈਟ ਪ੍ਰੋਫਿਟ ਨਹੀਂ ਹੈ ਬਹੁਤਾ। ਤੇ ਰਾਈਸ ਉਗਾਇਆ, ਮੈਂ ਕਣਕ ਵੀ ਉਗਾਈ ਆ, ਉਹਨਾਂ ਦਾ ਨੈਟ ਪ੍ਰੋਫਿਟ ਉਹਨਾਂ ਦਾ ਵੀ ਨਹੀਂ। ਕਿਸੇ ਟਾਈਮ 'ਚ ਮਤਲਬ ਇੱਥੇ ਤਕਰੀਬਨ 51 ਸਾਲ ਪਹਿਲਾਂ ਇੱਥੇ ਆਇਆ ਸੀ, ਉਦੋਂ most of the people, majority of the people, like over 50% at least, were in farming. ਹਾਂਜੀ। ਹੁਣ ਸਿਰਫ 2% ਹੈ। ਹਾਂ, ਉਹਨਾਂ ਨੂੰ ਜੇ ਉਹਨਾਂ ਨੂੰ ਪ੍ਰੋਫਿਟ ਹੁੰਦਾ, ਕਿਉਂ ਛੱਡ ਕੇ ਜਾਣ? ਕਿਵੇਂ ਛੱਡ ਕੇ ਜਾਂਦੇ ਉਹ? ਮੈਂ ਉਹੀ ਕਹਿਣਾ ਨਾ ਕਿ ਜਦੋਂ ਦੇਖੋ, ਜੇ 400 ਏਕੜ ਵਾਲੇ ਨੂੰ ਜਾਂ 4000 ਏਕੜ ਵਾਲੇ ਨੂੰ ਕੈਲੀਫੋਰਨੀਆ 'ਚ ਬੈਠੇ ਵੀ ਖੇਤੀ ਦਾ ਜਿਹੜਾ ਉਹ ਫਾਇਦਾ ਨਹੀਂ ਹੈ, ਇਹ ਕਾਰਪੋਰੇਸ਼ਨਾਂ ਜਿਹੜੀਆਂ, ਹਾਲਾਂਕਿ ਇੱਥੇ ਕੰਪੀਟੀਸ਼ਨ ਹੈ, ਕਾਰਪੋਰੇਸ਼ਨਾਂ ਵੀ 1 ਜਾਂ 2 ਨਹੀਂ ਹੈ, 10-12 ਤੱਕ ਘੱਟੋ ਘੱਟ ਹੈਗੀਆਂ ਨਾ ਜਿਹੜੀਆਂ ਕੰਪੀਟ ਕਰਦੀਆਂ ਉਸ ਫਸਲ ਲਈ। ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਕੀ ਹੋਊਗਾ, ਜਿੱਥੇ ਕਿ ਲੈਸ ਦੈਨ 3 ਏਕੜ 5 ਏਕੜ 2.5 ਏਕੜ ਜ਼ਮੀਨ ਹੈ, ਤੇ ਉੱਥੇ ਉਸ ਕਿਸਾਨ ਦਾ ਕੀ ਹਾਲ ਹੋਊਗਾ? ਉਹ ਉਹੀ ਦਿਸ਼ਾ ਦੇ ਵਿੱਚ ਜਾ ਰਹੇ ਆ ਜਿਹੜੀ ਦਿਸ਼ਾ ਦੇ ਵਿੱਚ ਪਿਛਲੇ 10 ਸਾਲਾਂ ਤੋਂ ਅਸੀਂ ਵੇਖ ਰਹੇ ਹਾਂ ਕਿ ਕਿਵੇਂ ਖੁਦਕੁਸ਼ੀਆਂ ਹੋ ਰਹੀਆਂ ਹੈਗੀਆਂ, ਕਿਵੇਂ ਕਿਸਾਨ ਜਿਹੜੇ ਆ ਉਹ ਆਪਦਾ ਗੁਜ਼ਾਰਾ ਨਾ ਹੋਣ ਕਰਕੇ ਵਿਦ ਇਨਫਲੇਸ਼ਨ ਦੇ ਨਾਲ ਨਾ ਜਾਣ ਕਰਕੇ ਕਈ ਇਹ ਪੁਆਇੰਟ ਲੈਂਦੇ ਆ ਕਿ ਇਹ ਜੀ ਕਿਸਾਨਾਂ ਦਾ ਫਾਲਟ ਹੈ, ਉਹ ਕਿਉਂ ਐਡੀਆਂ ਮੈਚਿਸ ਕਰਦੇ ਆ, ਕਿਉਂ ਇੰਨਾ ਕਰਦੇ ਆ, ਆਪਣਾ ਸ਼ੋ ਆਫ ਹੈ। ਨਹੀਂ, ਇਹ ਸ਼ੋ ਆਫ ਨਹੀਂ, ਇਹ ਦਿਖਾਵਾ ਨਹੀਂ। ਇਹ ਪ੍ਰੋਬਲਮ ਇਹ ਹੈ ਕਿ ਜਦੋਂ ਸੋਸਾਇਟੀ ਜਿਹੜੀ ਹੈ ਉਹ ਇਸ ਰਫ਼ਤਾਰ ਨਾਲ ਵੱਧ ਰਹੀ ਹੈ, ਤਾਂ ਕਿਸਾਨ ਨੇ ਕੀ ਗੁਨਾਹ ਕੀਤਾ ਕਿ ਜਿਹੜੀ ਸੋਸਾਇਟੀ ਹੈ ਉਹ ਸੋਸਾਇਟੀ ਦੇ ਨਾਲ ਨਾ ਚੱਲਣ, ਉਹ ਕਿਉਂ ਗਰੀਬੀ ਦਾਅਵੇ ਦੇ ਵਿੱਚ ਰਹਿਣ? ਇਹਦਾ ਮਤਲਬ ਹੈ ਕਿ ਸਾਨੂੰ ਉਸ ਹਿਸਾਬ ਨਾਲ ਇਹਨਾਂ ਨੂੰ ਅਲਟਰਨੇਟਿਵ ਨਹੀਂ ਦਿੱਤਾ ਗਿਆ ਕਿ ਜਿਹੜੇ ਇਹ ਆਪਦਾ ਸਟੈਂਡਰਡ ਆਫ ਲਿਵਿੰਗ ਹੈ ਜਿਹੜਾ ਉਹ ਦੁਨੀਆ ਦੇ ਮੁਤਾਬਕ ਆਪਦੇ ਜਿਹੜੇ ਇਹਨਾਂ ਦੇ ਸਮਕਾਲੀ ਹੈਗੇ ਉਹਨਾਂ ਦੇ ਮੁਤਾਬਕ ਇਹਨਾਂ ਨੂੰ ਰੱਖ ਸਕਣ ਆਪਦਾ ਜਿਹੜਾ ਹੈਗਾ। ਇਸੇ ਤਰ੍ਹਾਂ ਹੀ ਅੱਗੇ ਚੱਲਦੇ ਹੋਏ ਮੈਂ 2 ਗੱਲਾਂ ਹੋਰ ਆਪਣਾ ਕਰਨੀਆਂ ਚਾਹੁੰਦਾ। ਡਾਕਟਰ ਗਿੱਲ, ਮੈਂ ਇੱਕ ਤੋਂ ਹੁਣ ਕੰਮ ਆ ਕਾਸਟ ਵਾਲੀ ਦੀ ਗੱਲ ਪੂਰੀ ਕਰ ਲਾਂ। ਹਾਂਜੀ ਹਾਂਜੀ, ਕਣਕ ਦੀ ਗੱਲ ਕਰਦੇ ਹਾਂ ਹੁਣ ਆਪਾਂ। ਹਾਂਜੀ, ਕਣਕ ਦੇ ਵਿੱਚ ਮੈਂ ਬਾਟਮ ਲਾਈਨ ਹੀ ਕਹਿਣਾ, ਬਾਕੀ ਤੁਹਾਨੂੰ ਪਤਾ ਇਹਦੇ ਕਾਸਟ ਦਾ ਬਹੁਤ ਹੀ ਸੀਡ ਹੁੰਦਾ, ਤੇ ਜਿਹੜੀ ਪਰਾਲੀ ਆ ਉਹਨੂੰ ਛੱਡ ਕਰਨਾ, ਬੰਦ ਕਰਨਾ, ਫਰਟੀਲਾਈਜ਼ਰ, ਹਰਬਿਸਾਈਡ, ਇਨਸੈਕਟਿਸਾਈਡ ਹਾਰਵੈਸਟਿੰਗ, ਫੈਮਿਲੀ ਇਨਪੁਟ, ਮਾਰਕੀਟਿੰਗ ਤੇ ਲੈਂਡ ਰੈਂਟ ਵਗੈਰਾ। ਇਹਦੀ ਜਿਹੜੀ ਕਾਸਟ ਹੈਗੀ ਆ 49,110 ਬਾਟਮ ਕਾਸਟ। ਇਨਕਮ ਕਿੰਨੀ ਹੈ? 32,500, 32,500। ਕਿੰਨਾ ਨੈਟ ਹੋ ਗਿਆ ਲਾਸ? 16,610 ਰੁਪਈਏ ਇੱਕ ਏਕੜ ਮਗਰ ਲਾਸ ਹੋ ਰਿਹਾ। ਹੁਣ ਫਾਰਮਰ ਉਹਨੇ ਕੋਈ ਅਕਾਊਂਟ ਰੱਖਣਾ, ਉਹਨੇ ਸਾਰੀਆਂ ਆਪਣੀ ਲੇਬਰ ਤਾਂ ਕਰਦੀ ਆ, ਤੇ ਉਹ ਗਿਣਦਾ ਹੀ ਨਹੀਂ। ਬਾਕੀ ਜਿਹੜਾ ਖਰਚਾ ਉਹ ਕੋਈ ਗੱਲ ਨਹੀਂ ਜੀ, ਉਹ ਸਾਰਾ ਲੈ ਲਾਂਗੇ, ਸਾਡਾ ਆੜਤੀਆ ਬਹੁਤ ਚੰਗਾ, ਅਸੀਂ ਮੰਗਦੇ ਹਾਂ ਉਹ ਦੇ ਦਿੰਦਾ। ਹਾਂਜੀ, ਅੱਛਾ, ਇਹ ਜਿਹੜਾ ਮੇਨ ਆਪਾਂ ਦੇਖੋ, ਤੁਸੀਂ ਡਾਕਟਰ ਹੋ, ਤੁਸੀਂ ਡਾਇਗਨੋਸ ਕਰਦੇ ਹੋ, ਡਾਇਗਨੋਸ ਦੇਖਦੇ ਆ ਵੀ ਕੀ ਬਿਮਾਰੀ ਹੈ। ਬਿਮਾਰੀ ਇਹ ਆ, ਇਹਨਾਂ ਨੇ ਜ਼ਿਮੀਂਦਾਰ ਨੂੰ, ਫਾਰਮਰ ਨੂੰ ਦੁਨੀਆ ਭਰ 'ਚ ਇੱਕ ਗੁਲਾਮ ਬਣਾ ਕੇ ਰੱਖਿਆ ਹੋਇਆ। ਉਹਨਾਂ ਦਾ ਲਹੂ ਚੂਸ ਰਹੇ ਨੇ ਇਹ, ਉਹਦੀ ਲੇਬਰ, ਉਹਦਾ ਪੂਰੀ ਕੰਪਨਸੇਸ਼ਨ ਨਹੀਂ ਹੋ ਰਹੀ, ਤੇ ਉਹਦੀ ਜ਼ਮੀਨ ਬਰਬਾਦ ਹੋ ਰਹੀ ਆ, ਉਹ ਡੈਟ ਜਾ ਰਿਹਾ। 86% of farmers in Punjab, at least I know, they are under debt. ਜਿਹੜੇ ਬਾਕੀ ਦੇ ਵੀ ਨੇ ਉਹ ਵੀ ਡੈਟ 'ਚ ਹੀ ਨੇ ਹਰ ਸਾਲ। ਤੇ ਜਿਹੜਾ ਡੈਟ ਹੈ ਨਾ, debt ridden people are committing suicides. ਤੇ ਆ ਵੀ ਜਿਹੜਾ
ਹਾਂਜੀ ਮੈਂ ਇਹ ਤੇ ਵਾਪਸ ਆਉਣਾ ਜੀ ਆਪਣਾ ਡਾਕਟਰ ਸਾਹਿਬ, ਮੈਂ ਥੋੜੀਆਂ ਜਿਹੜੀਆਂ ਕਰੰਟ ਈਵੈਂਟਸ ਤੇ ਹੈ ਉਹਦੇ ਤੇ ਮੈਂ ਥੋੜਾ ਜਿਹਾ ਚੰਨ ਪਾ ਕੇ ਆਪਾਂ ਕੰਟੀਨਿਊ ਰੱਖਦੇ ਹੈਗੇ ਆ। ਮੈਂ ਜਸਟ ਆਪਣੇ ਸਰੋਤਿਆਂ ਲਈ ਇਹ ਗੱਲ ਮੈਂਸ਼ਨ ਕਰਨਾ ਚਾਹੁੰਦਾ ਕਿ ਦੇਖੋ ਡੈਮੋਕ੍ਰੇਸੀ ਨੂੰ ਨਕੇਲ ਜਿਹੜੀ ਹੈ ਨਾ ਉਹ ਬਹੁਤ ਬੁਰੀ ਤਰ੍ਹਾਂ ਪੈ ਰਹੀ ਹੈ। ਜਿਹਦੇ ਚ ਇਹਨਾਂ ਨੇ ਲੇਟੈਸਟ ਜਿਹੜਾ ਅੱਜ ਦੀ ਜਿਹੜੀ ਖਬਰ ਹੈਗੀ ਹੈ, ਇਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਕਾਨੂੰਨ ਲੈ ਕੇ ਆਉਣਾ ਜਿਹਦੇ ਨਾਲ ਕਿ ਇਹਨਾਂ ਨੇ ਆਲਰੇਡੀ ਗੋਦੀ ਮੀਡੀਆ ਇਹਨਾਂ ਕੋਲੇ ਹੈ, ਟੀਵੀ ਇਹਨਾਂ ਕੋਲੇ ਹੈ, ਅਖਬਾਰ ਇਹਨਾਂ ਕੋਲੇ ਹੈ ਜੀ। ਹੁਣ ਇਹ ਸੋਸ਼ਲ ਮੀਡੀਆ ਨੂੰ ਵੀ ਇਹ ਨਵੇਂ ਕਾਨੂੰਨ ਰਾਹੀਂ ਨਕੇਲ ਪਾਉਣਗੇ ਤਾਂ ਕਿ ਕੋਈ ਆਜ਼ਾਦੀ ਨਾਲ ਬੋਲ ਹੀ ਨਾ ਸਕੇ। ਸੋ ਜਿਹੜੀ ਡੈਮੋਕ੍ਰੇਸੀ ਹੁੰਦੀ ਹੈ ਉਹਦਾ ਫੰਡਾਮੈਂਟਲ ਰਾਈਟ ਜਿਹੜਾ ਉਹ ਫਰੀडम ਹੈ। ਇਹ ਸਾਡੀ ਫਰੀडम ਹੈ ਜਿਹੜੀ ਉਹਨੂੰ ਵੀ ਇਹ ਟੋਟਲੀ ਇਹ ਖਤਮ ਕਰਨਾ ਚਾਹੁੰਦੇ ਹੈ। ਜਿਹੜੀ ਕਿ ਅਸੀਂ ਸਮਝਦੇ ਹਾਂ ਕਿ ਸੋਸ਼ਲ ਮੀਡੀਆ ਦੇ ਨਾਲ ਇਹ ਸਾਨੂੰ ਆਜ਼ਾਦੀ ਮਿਲੀ ਹੈ, ਘੱਟੋ ਘੱਟ ਅਸੀਂ ਮਨ ਦੀ ਗੱਲ ਜਿਹੜੀ ਹੈ ਉਹ ਕਹਿ ਸਕਦੇ ਹੈਗੇ ਆ ਕਿ ਇਹ ਗਲਤ ਹੈ ਭਾਈ, ਇਹਨੂੰ ਰੋਕੋ। ਸੋ ਦੇ ਵਾਂਟ ਟੂ ਸਟਾਪ ਐਵਰੀਥਿੰਗ। ਫਿਰ ਇਹਨਾਂ ਦੇ ਹੋਰ ਦੇਖੋ ਤੁਸੀਂ ਅੰਨਾ ਹਜ਼ਾਰੇ ਸੀਗਾ, ਦੇਖੋ ਬੀਜੇਪੀ ਦਾ ਸਾਫ਼ ਚਿਹਰਾ ਜਿਹੜਾ ਉਹ ਹੁਣ ਨਜ਼ਰ ਆ ਗਿਆ ਕਿ ਪਹਿਲਾਂ ਉਹਨੇ ਕਿਹਾ ਕਿ ਮੈਂ ਜੀ ਕਿਸਾਨਾਂ ਦੇ ਹੱਕ ਦੇ ਵਿੱਚ ਅਨਸ਼ਨ ਕਰੂੰਗਾ ਤੇ ਉਹ ਭੱਜ ਗਿਆ, ਛੱਡ ਗਿਆ। ਇਸੇ ਤਰ੍ਹਾਂ ਚੱਲਦੇ ਚੱਲਦੇ ਇੱਕ ਹੋਰ ਮਹਾਰਾਜ ਦੇ ਵਿੱਚ ਜੋ ਕਾਨਫਰੰਸ ਹੋਈ ਹੈ, ਬਹੁਤ ਤਕੜੀ ਕਾਨਫਰੰਸ ਹੋਈ ਹੈ ਤੇ ਲੱਖਾ ਸੁਧਾਣਾ ਵੱਲੋਂ ਇਹ ਸਪਾਂਸਰ ਕੀਤੀ ਗਈ ਸੀਗੀ ਤੇ ਇੰਡੀਕੇਟ ਕਰਦਾ ਹੈ ਕਿ ਸਾਡੇ ਜਿਹੜੇ ਯੂਥ ਹੈਗੇ ਆ ਉਹਨੇ ਬੜਾ ਵਧੀਆ ਸੁਨੇਹਾ ਦਿੱਤਾ ਹੈ ਉਸ ਕਾਨਫਰੰਸ ਦੇ ਵਿੱਚ ਕਿ ਸਾਰੇ ਜੁੜ ਕੇ ਕੰਮ ਕਰੋ, ਕਿਸਾਨਾਂ ਦੇ ਜਿਹੜੇ ਲੀਡਰ ਹੈ ਉਹਨਾਂ ਦੇ ਨਾਲ ਲੱਗੋ। ਬੜਾ ਹੀ ਉਹਨੇ ਸਪੋਰਟਿਵ ਰੋਲ ਜਿਹੜਾ ਹੈ ਆਪਦੇ ਫਾਲੋਅਰਸ ਨੂੰ ਉਹਨੇ ਦਿੱਤਾ ਹੈ। ਦੈਟਸ ਅ ਵੈਰੀ ਗੁੱਡ ਥਿੰਗ ਗੋਇੰਗ ਔਨ। ਪੈਟਰੋਲ ਤੇ ਡੀਜ਼ਲ ਦੀਆਂ ਜਿਹੜੀਆਂ ਪ੍ਰਾਈਸਿਸ ਹੈ ਉਹਦਾ ਤਾਂ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਕਿੰਨਾ ਰੌਲਾ ਪੈ ਰਿਹਾ ਹੈਗਾ ਕਿ 100 ਤੱਕ ਪਹੁੰਚ ਗਈਆਂ, ਪਰ ਇਸ ਤੋਂ ਉੱਤੇ ਅੱਜ ਦੀ ਖਬਰ ਇਹ ਹੈ ਕਿ ਜਿਹੜਾ ਗੈਸ ਸਿਲੰਡਰ ਹੈ ਉਹ ਵੀ 25 ਰੁਪਏ ਹੋਰ ਵਧਾ। ਦੇਖੋ ਜਿਵੇਂ ਗੈਸ ਸਿਲੰਡਰ ਜਾਂ ਜਿਹੜੇ ਆਪਣਾ ਪੈਟਰੋਲ ਹੈ ਜਾਂ ਜਿਹੜਾ ਡੀਜ਼ਲ ਹੈ, ਆਪਾਂ ਨੂੰ ਇਸ ਗੱਲ 'ਚ ਕੋਈ ਸ਼ੱਕ ਨਹੀਂਗਾ ਕਿ ਇਹ ਰਿਲਾਇੰਸ ਤੇ ਅੰਬਾਨੀ ਤੇ ਜਿਹੜੀ ਦੇਸ਼ ਦਾ ਖਜ਼ਾਨਾ ਜਿਹੜਾ ਗੈਸ ਦਾ ਉਹ ਸਾਰਾ ਅੰਬਾਨੀ ਅੰਡਾਨੀ ਹੁਣਾਂ ਨੇ ਕਬਜ਼ਾ ਕੀਤਾ ਹੋਇਆ। ਹੁਣ ਉਸ ਜੋ ਹਾਲਤ ਇਸ ਵੇਲੇ ਪੈਟਰੋਲ ਦੀ ਹੋ ਰਹੀ ਹੈ, ਜੋ ਹਾਲਤ ਇਸ ਵੇਲੇ ਡੀਜ਼ਲ ਦੀ ਹੋ ਰਹੀ ਹੈ, ਜੋ ਹਾਲਤ ਇਸ ਵੇਲੇ ਸਾਡੇ ਇਹਦੀ ਹੋ ਰਹੀ ਹੈ ਆਪਣੇ ਗੈਸ ਸਿਲੰਡਰਾਂ ਦੀ ਹੋ ਰਹੀ ਹੈ, ਉਹੀ ਹਾਲਤ ਜਿਹੜੀ ਹੈ ਕੱਲ ਨੂੰ ਕਣਕ ਲੈਣ ਵਾਲਿਆਂ ਦੀ ਉਹਨਾਂ ਦੀ ਹੋਊਗੀ, ਜਿਹੜੀ ਪਲਸਸ ਹੈਗੀਆਂ ਉਹਨਾਂ ਦੇ ਲੈਣ ਵਾਲਿਆਂ ਦੀ ਹੋਊਗੀ। ਜਦੋਂ ਤੁਸੀਂ ਇਹ ਜਿਹੜਾ ਅਸਰ ਹੈ ਨਾ, ਅਸੀਂ ਤਾਂ ਕਹਿ ਲਓ ਕਿ ਕਿਸਾਨ ਤਾਂ ਇੱਕ ਲੜ ਰਹੇ ਆ, ਇੱਕ ਚਿਹਰਾ ਮੂਹਰੇ ਆ ਰਿਹਾ, ਪਰ ਅਸਲੀ ਇਫੈਕਟ ਦਾ ਇਹਦਾ ਆਮ ਗਰੀਬ ਜਨਤਾ ਦੇ ਉੱਤੇ, ਆਮ ਸ਼ਹਿਰ 'ਚ ਰਹਿਣ ਵਾਲੀ ਜਨਤਾ ਦੇ ਉੱਤੇ, ਉਹਨਾਂ ਦੇ ਉੱਤੇ ਕਈ ਗੁਣਾ ਵੱਧ ਪੈਣਾ ਇਹਦਾ ਖਰਚਾ। ਜਿਵੇਂ ਹੁਣ ਉਹ ਪੈਟਰੋਲ ਦੀ ਪ੍ਰਾਈਸਿਸ ਨੂੰ ਰੋਂਦੇ ਆ, ਉਵੇਂ ਜਿਵੇਂ ਉਹ ਰੋਣਗੇ ਕਿ ਕਣਕ ਸਾਨੂੰ ਇੰਨੇ ਦੀ ਮਿਲ ਰਹੀ ਹੈ, ਸਾਡੇ ਜਿਹੜੇ ਖਰਚੇ ਆ ਉਹ ਵੱਧ ਗਏ ਆ। ਸੋ ਇਸ ਪ੍ਰੋਸੈਸ ਨੂੰ ਅੰਡਰਸਟੈਂਡ ਕਰਨ ਦੀ ਲੋੜ ਹੈ ਤੇ ਜਿਹੜੇ ਕਿਸਾਨ, ਬਹੁਤ ਸਪੋਰਟ ਹੈ ਕਿਸਾਨਾਂ ਦੀ, ਪਰ ਇਸ ਕਨਸੈਪਟ ਨੂੰ ਜਿਹੜਾ ਅਡਾਪਟ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜਿਹੜੇ ਇਹ ਪ੍ਰਾਈਸਿਸ ਹੈਗੀਆਂ, ਜਿਹੜੇ ਆਪਣਾ ਕਿਸਾਨ ਲੜ ਰਹੇ ਆ, ਉਹ ਬੇਸਿਕਲੀ ਤੁਹਾਡੇ ਲਈ ਲੜ ਰਹੇ ਆ ਕਿ ਤੁਹਾਨੂੰ ਜਿਹੜਾ ਅਨਾਜ ਹੈ ਉਹ ਸਸਤਾ ਮਿਲਦਾ ਰਹੇ, ਤਾਂ ਕਿ ਕਾਰਪੋਰੇਸ਼ਨਾਂ ਕਾਬਜ਼ ਕਰਕੇ ਇਹਦੀਆਂ ਪ੍ਰਾਈਸਿਸ ਜਿਹੜੀਆਂ ਉਹ ਕਈ ਗੁਣਾ ਵੱਧ ਕਰ ਦੇਣ, ਜ਼ਖੀਰੇਬਾਜ਼ੀ ਕਰ ਲੈਣ, ਜਿਹੜਾ ਕਿ ਕ੍ਰਾਈਮ ਮੰਨਿਆ ਜਾਂਦਾ ਸੀ, ਜਿਹਦੀ ਕਿ ਹੁਣ ਅਲਾਉ ਕਰਤਾ ਇਹਨਾਂ ਨੇ ਇਸ ਲਾ ਦੇ ਮੁਤਾਬਕ। ਸੋ ਡਾਕਟਰ ਸਾਹਿਬ ਆਪਾਂ ਕੰਟੀਨਿਊ ਰੱਖਦੇ ਹੈਗੇ ਆ। ਮੈਂ ਆਪਣਾ ਇਹ ਪੁੱਛਣਾ ਚਾਹੁੰਦਾ ਸੀ ਕਿ ਜੋ ਮੀਟਿੰਗਸ ਕਿਸਾਨਾਂ ਤੇ ਨੇਤਾਵਾਂ ਦੇ ਵਿਚਾਲੇ ਸਰਕਾਰ ਨਾਲ ਹੋਈਆਂ, ਇਹਨਾਂ ਮਿਲਣੀਆਂ ਵਿੱਚੋਂ ਕੁਝ ਸਿੱਟੇ ਜਾਂ ਸਰਕਾਰ ਦੀ ਨੀਤ ਦੀ ਕੋਈ ਸਮਝ ਆ ਰਹੀ ਹੈ ਕਿ ਇਹ ਕੀ ਕਰ ਰਹੇ ਆ, ਕੀ ਨਹੀਂ ਕਰ ਰਹੇ? ਉਹ ਤਾਂ ਜੀ ਜੁਮਲੇ ਆ, ਇਹਨਾਂ ਨੇ ਕੀ ਕਰਨਾ। 11 ਮੀਟਿੰਗਾਂ ਹੋਈਆਂ ਨੇ, ਹਾਂਜੀ, ਜਿਨ੍ਹਾਂ ਨੂੰ ਕਹੇ ਸੀ ਨਾ ਫਾਰਮਰਸ ਇਗਨੋਰੈਂਟ ਨੇ, ਅਨਐਜੂਕੇਟਡ ਨੇ। ਹਾਂਜੀ, ਬਾਈ ਦਾ ਵੇ ਜਿਹੜੇ 32 ਬੰਦੇ ਜਾਂਦੇ ਨਾ, 4-5 ਹੀ ਬੋਲਦੇ ਉਹਨਾਂ ਚੋਂ, ਉਹ ਮੋਸਟਲੀ ਉਹਨਾਂ ਕੋਲੇ ਡਿਗਰੀ ਹੋਲਡਰਸ ਨੇ, ਮੋਸਟ ਆਫ ਦਮ। ਉਹਨਾਂ 'ਚ ਡਾਕਟਰ ਵੀ ਹੈਗੇ ਆ, ਉਹਨਾਂ 'ਚ ਵਕੀਲ ਵੀ ਹੈਗੇ ਆ, ਪ੍ਰੋਫੈਸਰ ਵੀ ਹੈਗੇ ਆ। ਹਾਂਜੀ, ਉਹਨਾਂ ਨੇ ਜਾ ਕੇ ਉਹ ਟੋਮਰ ਨੂੰ ਐਜੂਕੇਟ ਕੀਤਾ ਕਿ ਆਹ ਖਾਮੀਆਂ ਨੇ। ਹਾਂਜੀ, ਉਹ ਕਹਿੰਦਾ ਕੋਈ ਗੱਲ ਨਹੀਂ, ਠੀਕ ਕਰ ਦਿੰਦੇ ਆ। ਹਾਂਜੀ, ਠੀਕ ਤਾਂ ਕਿਹਨੇ ਕਰਨੀਆਂ ਨੇ? ਉਹਨਾਂ ਨੂੰ ਇਹਨਾਂ ਨੇ ਟੋਟਲੀ ਕਨਵਿੰਸ ਕਰਤਾ ਕਿ ਜੀ ਇਹ ਲਾਜ਼ ਜਿਹੜੇ ਇਹਨਾਂ 'ਚ ਖਾਮੀਆਂ ਹੈਗੀਆਂ, ਤੇ ਪਰ ਕਹਿੰਦਾ ਅਸੀਂ ਇਹ ਰਿਪੀਲ ਨਹੀਂ ਕਰ ਸਕਦੇ। ਇਹ
ਇਨਡਾਇਰੈਕਟਲੀ ਕੋਈ ਉਹਦੇ ਮੂੰਹ ਚੋਂ ਵੀ ਨਿਕਲ ਗਿਆ ਸੀ, ਹਾਂਜੀ ਕਹਿੰਦੀ ਸਾਨੂੰ ਪਰਮਿਸ਼ਨ ਲੈਣੀ ਪੈਣੀ ਹੈ, ਪਰਮਿਸ਼ਨ ਤੁਸੀਂ ਨਾਂ ਲਵਾਈ ਚੁੱਕੇ ਉਹਨਾਂ ਦੇ, ਹਾਂਜੀ। ਤੋ ਉਹ ਤਾਂ ਗੁਲਾਮ ਹੈ ਇਹਨਾਂ ਦੇ, ਤੇ ਉਹਨਾਂ ਨੇ ਕੋਈ ਰਿਪੀਲ ਨਹੀਂ ਕਰਨਾ, ਕਿਉਂਕਿ ਉਹ ਇਕੱਲੇ ਤਾਂ ਹੁੰਦੇ ਤਾਂ ਗੱਲ ਹੋਰ ਹੁੰਦੀ ਸੀ। ਉਹਨਾਂ ਦੇ ਉੱਤੇ ਤਲਵਾਰ ਖੜਕ ਰਹੀ। ਜਿਨ੍ਹਾਂ ਨੇ ਇਹਨਾਂ ਨੂੰ ਇਲੈਕਟ ਕਰਾਇਆ, 303 ਬੰਦੇ ਐਮਪੀਜ਼ ਬਣਾਏ ਨੇ, ਉਹਨਾਂ ਦੇ ਫੰਡਸ ਨਾਲ ਹੀ ਬਣਿਆ ਨਾ। ਹਾਂਜੀ ਕੱਲ ਐਮਪੀ ਬਣ ਲਈ 5 ਕਰੋੜ ਤੋਂ 10 ਕਰੋੜ ਦਾ ਲੱਗਦਾ, ਇਹਨਾਂ ਕੋਲ ਕਿੱਥੋਂ ਆਉਣਾ ਸੀ? ਉਹਨਾਂ ਨੇ ਦਿੱਤਾ। ਖਰੀਦੇ ਵੀ ਉਸੇ ਨਾਲ ਹੈ, ਉਸੇ ਪੈਸੇ ਨਾਲ ਖਰੀਦ ਵੀ ਰਹੇ ਆ, ਜਿਹੜੀਆਂ ਸਰਕਾਰਾਂ ਡੇਗ ਰਹੇ ਆ। ਆਪਣਾ ਲੇਟੈਸਟ ਮਨੀਪੁਰ ਵਾਲੀ ਗੱਲ ਆਉਂਦੀ ਹੈਗੀ ਹੈ। ਇਹ ਤਾਂ ਜਿਹੜਾ ਸਿਲਸਿਲਾ ਇਹਨਾਂ ਦਾ ਵੇਚਣ ਖਰੀਦਣ ਦਾ, ਇਹ ਸਾਰਾ ਕੁਛ ਪੈਸਾ ਇੰਨਾ ਆਉਣਾ, ਉਹ ਆਉਣਾ ਤਾਂ ਇਹ ਕਾਰਪੋਰੇਟ ਘਰਾਣਿਆਂ ਚੋਂ ਹੀ ਹੈ, ਹਾਂਜੀ। ਤੇ ਮੈਂ ਇਹ ਦੇਖੋ ਸਮੇਂ ਦੀ ਦੇਖਦੇ ਹੋਏ ਅਸੀਂ 5 ਮਿੰਟ 6 ਮਿੰਟ ਉੱਤੇ ਜਾ ਚੁੱਕੇ ਹਾਂ ਆਪਦੇ ਸਮੇਂ ਤੋਂ। ਮੈਂ ਆਪਣਾ ਅਖੀਰ ਤੇ ਸਾਰੇ ਸਰੋਤਿਆਂ ਦਾ ਜੋ ਚਰਚਾ ਪ੍ਰੋਗਰਾਮ ਦੇਖ ਰਹੇ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਜੁੜੇ ਆ। ਤੇ ਡਾਕਟਰ ਹਰਵੰਸ ਸਿੰਘ ਸਰਾਓ ਉਹਨਾਂ ਦਾ ਧੰਨਵਾਦੀ ਹਾਂ ਕਿ ਰੇਡੀਓ ਦੇ ਸਮੇਂ ਚੋਂ ਸਮਾਂ ਕੱਢ ਕੇ ਇਹ ਸਾਡੇ ਨਾਲ ਜੁੜੇ ਆ। ਤੇ ਧੰਨਵਾਦੀ ਹਾਂ ਸਾਡੀ ਟੈਕਨੀਕਲ ਟੀਮ ਦੇ, ਜਿਹਦੇ ਚ ਅਮਨ ਜੀ ਤੇ ਚਰਚਾ ਦੇ ਹੋਸਟ ਜਿਹੜੇ ਅਮਰਜੀਤ ਸਿੰਘ ਅਮਰ ਤੇ ਬਲਜਿੰਦਰ ਸਿੰਘ ਉਬੀ ਹੋਣਾ ਦਾ, ਜਿਹੜੇ ਰੋਜ਼ਾਨਾ ਤੁਹਾਡੇ ਨਾਲ ਇਹ ਪ੍ਰੋਗਰਾਮ ਲਿਆਉਂਦੇ ਆ। ਅਖੀਰ ਦੇ ਉੱਤੇ ਜੈ ਜਵਾਨ ਜੈ ਕਿਸਾਨ, ਜਿੱਤਾਂਗੇ ਜ਼ਰੂਰ, ਜੰਗ ਜਾਰੀ ਰੱਖੋ। ਧੰਨਵਾਦ। ਥੈਂਕ ਯੂ।